दोस्तों ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਪੰਜਾਬ ਦੀ ਸਿਆਸਤ ਦੇ ਇੱਕ ਐਸੇ ਫਾਰਮੂਲੇ ਦੀ ਜੋ ਕਿ ਪੰਜਾਬ ਦੇ ਸਿਆਸਤਦਾਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਬਹੁਤ ਹੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਸ ਨੂੰ ਅਸੀਂ ਪੰਜਾਬ ਦੀ ਫੋਕੀ ਤੇ ਥੋਥੀ ਸਿਆਸਤ ਦਾ ਫਿਰਕੂ ਫਾਰਮੂਲਾ ਵੀ ਕਹਿੰਦੇ ਹਾਂ, ਯਾਨੀ ਕਿ ਉਹ ਫਾਰਮੂਲਾ ਜੋ ਕਿ ਕਈ ਦਹਾਕੇ ਪਹਿਲਾਂ ਤੋਂ ਕਈ ਸਿਆਸੀ ਪਾਰਟੀ ਤੇ ਆਗੂਆਂ ਨੇ ਆਪਣੇ ਮੰਤਵ ਪੂਰਾ ਕਰਨ ਲਈ ਵਰਤਿਆ ਹੈ। ਸੋ ਪੰਜਾਬ ਦੀ ਸਿਆਸੀ ਪਾਰਟੀਆਂ ਜੋ ਕਿ ਲੋਕਾਂ ਦੇ ਮਸਲਿਆਂ ਉੱਤੇ ਲੋਕਾਂ ਦੇ ਮੁੱਦਿਆਂ ਉੱਤੇ ਮੁਕੰਮਲ ਤੌਰ ਤੇ ਜਦੋਂ ਵੀ ਉਹਨਾਂ ਦੀ ਸਰਕਾਰਾਂ ਰਹੀਆਂ ਉਹ ਪੂਰੇ ਤਰੀਕੇ ਨਾਲ ਫੇਲ ਹੋਈਆਂ, ਨਾਕਾਮਯਾਬ ਰਹੀਆਂ। ਲੋਕਾਂ ਨੂੰ ਉਹ ਰਿਲੀਫ ਦਿਵਾਉਣ ਦੇ ਵਿੱਚ, ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਵਿੱਚ, ਬੇਰੁਜ਼ਗਾਰੀ, ਨਸ਼ੇ ਦੀ ਸਮੱਸਿਆ, ਬੇਦਬੀ ਦੀ ਕੇਸਾਂ ਦੇ ਵਿੱਚ ਇਨਸਾਫ ਦਿਵਾਉਣ ਦੇ ਪੱਖੋਂ ਇਹ ਸਾਰੇ ਫੇਲੀਅਰਸ ਨੂੰ ਹੁਣ ਢੱਕਣ ਲਈ ਪੰਜਾਬ ਦੀ ਸਿਆਸੀ ਜਮਾਤਾਂ ਨੇ ਉਹ ਫਿਰਕੂ ਫਾਰਮੂਲਾ ਕੱਢਤਾ ਹੈ, ਉਸ ਨੂੰ ਡਿਵਾਈਸ ਕਰਤਾ ਹੈ, ਜਿਸ ਦੇ ਨਾਲ ਕਿ ਹੁਣ ਉਹ ਆਪਣੀ ਸਿਆਸੀ ਇਕੁਏਸ਼ਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸੂਤ ਕਰਨ ਜਾਂ ਸਿੱਧਾ ਕਰਨ ਦੀ ਕੋਸ਼ਿਸ਼ ਕਰਨਗੀਆਂ। ਸੋ ਕੀ ਹੈ ਸਿਆਸੀ ਫਾਰਮੂਲਾ ਸਾਰੇ ਜਾਣਦੇ ਨੇ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਸਿਆਸੀ ਫਾਰਮੂਲਾ ਕਿਵੇਂ ਹਰ ਪਾਰਟੀ ਤੇ ਬਰਾਬਰ ਤਰੀਕੇ ਨਾਲ ਅਪਲਾਈ ਹੁੰਦਾ ਹੈ, ਕਿਉਂਕਿ ਖੁਦ ਹੀ ਉਹ ਆਪਣੇ ਆਪ ਤੇ ਅਪਲਾਈ ਕਰ ਰਹੀਆਂ ਨੇ ਤੇ ਉਹ ਕਿਉਂ ਕਰ ਰਹੀਆਂ ਨੇ ਤੇ ਇਸ ਦੇ ਨਾਲ ਫਾਇਦਾ ਜਾਂ ਨੁਕਸਾਨ ਕਿਸ ਦਾ ਹੈ। ਇਹ ਸਾਰੀ ਚੀਜ਼ਾਂ ਨੂੰ ਅਲੱਗ-ਅਲੱਗ ਪਾਰਟਸ ਦੇ ਵਿੱਚ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਇਸ ਵੀਡੀਓ ਦੇ ਵਿੱਚ। ਤੇ ਉਹ ਸਿਆਸੀ ਫਾਰਮੂਲਾ ਜਾਂ ਉਹ ਫਿਰਕੂ ਫਾਰਮੂਲਾ ਆਖਰ ਹੈ ਕੀ? ਸਿਆਸਤ ਦਾ ਉਹ ਫਿਰਕੂ ਫਾਰਮੂਲਾ ਉਹੀ ਫਾਰਮੂਲਾ ਜਿਸ ਨੂੰ ਤੁਸੀਂ ਸਭ ਜਾਣਦੇ ਹੋ। ਸਾਰੀ ਪਾਰਟੀਆਂ, ਜ਼ਿਆਦਾਤਰ ਪਾਰਟੀਆਂ ਇਸ ਦਾ ਐਲਾਨ ਕਰ ਚੁੱਕੀਆਂ ਨੇ। ਬਹੁਤ ਹੀ ਬੇਸ਼ਰਮੀ ਦੇ ਨਾਲ ਇਹਨਾਂ ਪਾਰਟੀਆਂ ਨੇ ਇਹ ਐਲਾਨ ਕਰਤੇ ਹੈਗੇ ਨੇ ਵੀ ਇੱਕ ਹਿੰਦੂ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਜਾਏਗਾ, ਕਿਸੇ ਦਲਿਤ ਨੂੰ ਡਿਪਟੀ ਚੀਫ ਮਿਨਿਸਟਰ ਜਾਂ ਚੀਫ ਮਿਨਿਸਟਰ ਬਣਾਇਆ ਜਾਏਗਾ। ਕੋਈ ਪਾਰਟੀ ਕਹਿ ਰਹੀ ਹੈ ਕਿ ਇੱਕ ਸਿੱਖ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਏਗਾ। ਸੋ ਮੇਰੀ ਕੋਸ਼ਿਸ਼ ਇਹ ਹੋਣ ਜਾ ਰਹੀ ਹੈ ਵੀ ਮੈਂ ਸਮਝਾਂ ਵੀ ਇਹ ਪਾਰਟੀਆਂ ਕਹਿਣਾ ਕੀ ਚਾਹ ਰਹੀਆਂ ਨੇ। ਪਹਿਲਾਂ ਮੋਟਾ ਇਸ ਉੱਤੇ ਨਜ਼ਰ ਪਾ ਲੈਂਦੇ ਵੀ ਕਿਹੜੀਆਂ ਪ੍ਰਮੁੱਖ ਪਾਰਟੀਆਂ ਹੈਗੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਵੱਡੇ ਐਲਾਨ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਫਿਰਕੂਵਾਦ ਦੀ ਜਿਹੜੀ ਬਦਬੂ ਹੈ ਉਹ ਸਾਫ਼ ਤੌਰ ਤੇ ਉੱਠ ਰਹੀ ਹੈ। ਆਮ ਆਦਮੀ ਪਾਰਟੀ ਜੋ ਕਿ ਆਪਣੇ ਆਪ ਨੂੰ ਇੱਕ ਪਾਰਟੀ ਵਿਦ ਡਿਫਰੈਂਸ ਕਹਿੰਦੀ ਹੈ ਵੀ ਇਹ ਸਾਰੇ ਰਲੇ ਹੋਏ ਨੇ, ਕਾਂਗਰਸ ਅਕਾਲੀ ਰਲੇ ਹੋਏ ਨੇ, ਬਾਦਲ ਕੈਪਟਨ ਰਲੇ ਹੋਏ ਨੇ। ਪਾਰਟੀ ਵਿਦ ਡਿਫਰੈਂਸ ਤਾਂ ਆਮ ਆਦਮੀ ਪਾਰਟੀ ਹੀ ਹੈ। ਸੋ ਆਮ ਆਦਮੀ ਪਾਰਟੀ ਨੇ ਇਸ ਰਿਵਾਇਤ ਨੂੰ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਹੈ, ਭਾਵੇਂ ਉਹ ਕਿਸੇ ਪਾਰਟੀ ਦੇ ਐਲਾਨਾਂ ਦੀ ਦੇਖੋ ਦੇਖੀ ਹੋਵੇ। ਲੇਕਿਨ ਜਦੋਂ ਅਰਵਿੰਦ ਕੇਜਰੀਵਾਲ ਆ ਕੇ ਪੰਜਾਬ ਦੇ ਵਿੱਚ ਐਲਾਨ ਕਰ ਜਾਂਦੇ ਹੈਗੇ ਨੇ ਵੀ ਪੰਜਾਬ ਦਾ ਜਿਹੜਾ ਅਗਲਾ ਮੁੱਖ ਮੰਤਰੀ ਹੋਏਗਾ ਉਹ ਇੱਕ ਸਿੱਖ ਹੋਏਗਾ, ਇੱਕ ਸਿੱਖ ਚਿਹਰਾ ਹੋਏਗਾ, ਉਸ ਵਕਤ ਸਵਾਲ ਖੜੇ ਹੋ ਜਾਂਦੇ ਨੇ। ਸਵਾਲ ਇਸ ਵਾਸਤੇ ਖੜੇ ਨਹੀਂ ਹੁੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਸਵਾਲ ਇਸ ਵਾਸਤੇ ਖੜਾ ਹੁੰਦਾ ਹੈ ਕਿ ਇਸ ਬਾਈਨਰੀ ਨੂੰ ਕ੍ਰੀਏਟ ਕਰਨ ਦੀ ਲੋੜ ਕਿਉਂ ਪੈਦਾ ਹੋਈ, ਯਾਨੀ ਕਿ ਇਸ ਚੀਜ਼ ਨੂੰ ਪਰਿਭਾਸ਼ਿਤ ਕਰਨ ਦੀ ਲੋੜ ਕਿਉਂ ਪੈਦਾ ਹੋਈ ਕਿ ਇੱਕ ਫਿਰਕੇ ਵਿਸ਼ੇਸ਼ ਦਾ ਹੀ ਆਗੂ ਇਸ ਸੂਬੇ ਦਾ ਮੁੱਖ ਮੰਤਰੀ ਜਾਂ ਡਿਪਟੀ ਚੀਫ ਮਿਨਿਸਟਰ ਹੋਏਗਾ। ਸੋ ਆਮ ਆਦਮੀ ਪਾਰਟੀ ਦੇ ਐਲਾਨ ਤੋਂ ਬਾਅਦ ਆਪਣੇ ਪਹਿਲਾਂ ਦੇ ਐਲਾਨਾਂ ਦੇ ਮੁਤਾਬਕ ਅਕਾਲੀ ਦਲ ਨੇ ਵੀ ਬਹੁਤ ਹੀ ਰੀਸੈਂਟਲੀ ਐਲਾਨ ਕਰਤਾ ਹੈ ਵੀ ਉਹਦੀ ਸਰਕਾਰ ਜਦੋਂ ਆਂਦੀ ਹੈ ਤਾਂ ਉਸ ਦੇ ਵਿੱਚ 2 ਡਿਪਟੀ ਚੀਫ ਮਿਨਿਸਟਰ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਹਿੰਦੂ ਭਾਈਚਾਰੇ ਦਾ ਹੋਏਗਾ ਤੇ ਇੱਕ ਦਲਿਤ ਭਾਈਚਾਰੇ ਦਾ ਹੋਏਗਾ। ਯਾਨੀ ਕਿ ਪਹਿਲਾਂ ਹੀ ਉਹਨਾਂ ਕੰਪਾਰਟਮੈਂਟਸ ਦੇ ਵਿੱਚ ਸਰਕਾਰ ਤੇ ਉਸ ਦੀ ਜਿਹੜੀ ਕੈਬਨਿਟ ਹੈ ਉਸ ਦਾ ਸਰੂਪ ਵੰਡਤਾ ਗਿਆ ਹੈ ਆਪਣੇ ਸਿਆਸੀ ਮੁਫਾਦਾਂ ਤੇ ਮਕਸਦਾਂ ਨੂੰ ਪੂਰਾ ਕਰਨ ਦੇ ਪੱਖੋਂ। ਸੋ ਅਕਾਲੀ ਦਲ ਉਹ ਪਾਰਟੀ ਜੋ ਕਿ ਪੰਥਕ ਪਾਰਟੀ ਹੈ, ਸਿੱਖ ਜਿਹੜੀਆਂ ਕਦਰਾਂ ਕੀਮਤਾਂ ਹੈ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਉਹਨਾਂ ਤੇ ਪੂਰਨ ਵਿਸ਼ਵਾਸ ਰੱਖਦੀ ਹੈ। ਉਸਨੇ ਇਹ ਤਾਂ ਨਹੀਂ ਕਿਹਾ ਵੀ ਉਹਦਾ ਜਿਹੜਾ ਮੁੱਖ ਮੰਤਰੀ ਹੈ ਉਹ ਸਿੱਖ ਹੀ ਹੋਏਗਾ, ਕਿਉਂਕਿ ਸ਼ਾਇਦ ਇਸ ਨੂੰ ਕਹਿਣ ਦੀ ਇਸ ਪਾਰਟੀ ਨੂੰ ਲੋੜ ਨਹੀਂ ਹੈ। ਕਿਸੇ ਵੀ ਪਾਰਟੀ ਨੂੰ ਇਨਫੈਕਟ ਨਹੀਂ ਹੈ ਇਸ ਚੀਜ਼ ਨੂੰ ਪਰਿਭਾਸ਼ਿਤ ਕਰਨ ਦੀ ਲੋੜ। ਆਮ ਆਦਮੀ ਪਾਰਟੀ ਨੇ ਕਿਸ ਬਚਪਨੇ ਜਾਂ ਅਣਜਾਣਪੁਣੇ ਦੇ ਵਿੱਚ ਐਲਾਨ ਕਰਤਾ ਉਹ ਤਾਂ ਉਹੀ ਬਿਹਤਰ ਤਰੀਕੇ ਨਾਲ ਜਾਣਦੇ ਨੇ। ਬੇਸ਼ੱਕ ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਚਤਰ ਤੇ ਸਿਆਣਾ ਸਮਝਣ ਦੀ ਕੋਸ਼ਿਸ਼ ਕਰਨ, ਲੇਕਿਨ ਫੈਕਟ ਆਫ ਦਾ ਮੈਟਰ ਹੈ ਵੀ ਅਕਾਲੀ ਦਲ ਕਿਸੇ ਫਿਰਕੇ ਵਿਸ਼ੇਸ਼ ਤੋਂ ਉਹਨਾਂ ਦੀ ਪਾਰਟੀ ਦਾ ਮੁੱਖ ਮੰਤਰੀ ਨਹੀਂ ਹੋਏਗਾ। ਘੱਟੋ ਘੱਟ ਇਹ ਕਹਿਣ ਤੋਂ ਅਕਾਲੀ ਦਲ ਨੇ ਗੁਰੇਜ਼ ਕੀਤਾ ਹੈ। ਹਾਲਾਂਕਿ ਇਹ ਚੀਜ਼ ਅੰਡਰਸਟੂਡ ਹੈ ਕਿ ਉਹ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਹੋਏਗਾ ਉਹ ਕਿਸ ਫਿਰਕੇ ਦੇ ਵਿੱਚ ਹੋਏਗਾ, ਕਿਉਂਕਿ ਅਕਾਲੀ ਦਲ ਦੇ ਵਿੱਚ ਤਾਂ ਇਹ ਵੀ ਕਲੀਅਰ ਹੈ ਵੀ ਉਹ ਕੌਣ ਉਮੀਦਵਾਰ ਹੋਏਗਾ। ਸੁਖਬੀਰ ਬਾਦਲ ਇਸ ਵਕਤ ਪੂਰੇ ਤਰੀਕੇ ਨਾਲ ਉਸ ਲਈ ਇੱਕ ਬਹੁਤ ਅਹਿਮ ਦਾਅਵੇਦਾਰ ਵੀ ਨੇ ਤੇ ਲਗਭਗ ਤੈਅ ਹੈ ਵੀ ਪਾਰਟੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਹੀ ਉਹ ਕੈਂਡੀਡੇਟ ਹੋ ਸਕਦੇ ਨੇ, ਜੋ ਕਿ ਖੁਦ ਇੱਕ ਜੱਟ ਸਿੱਖ ਨੇ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਆਮ ਆਦਮੀ ਪਾਰਟੀ ਐਲਾਨ ਕਰਦੀ ਹੈ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਫਿਰਕਿਆਂ ਦੇ ਬੇਸ ਉੱਤੇ ਆਪਣੇ ਡਿਪਟੀ ਚੀਫ ਮਿਨਿਸਟਰਾਂ ਦਾ ਐਲਾਨ ਕਰ ਦਿੰਦੀ ਹੈ। ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਬਦੋਬਦੀ ਦੇਖੋ ਦੇਖੀ ਇਹ ਕਹਿ ਚੁੱਕੀ ਹੈ ਵੀ ਅਸੀਂ ਇੱਕ ਦਲਿਤ ਨੂੰ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਛੱਡੋ, ਅਸੀਂ ਚੀਫ ਮਿਨਿਸਟਰ ਬਣਾਉਣ ਨੂੰ ਵੀ ਤਿਆਰ ਹਾਂ। ਸੋ ਦਲਿਤ ਵੋਟ ਬੈਂਕ, ਹਿੰਦੂ ਵੋਟ ਬੈਂਕ, ਸਿੱਖ ਵੋਟ ਬੈਂਕ, ਇਹ ਸਾਰੇ ਵੋਟ ਬੈਂਕਾਂ ਨੂੰ ਸੇਧਣ ਦੀ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਨੇ ਪੰਜਾਬ ਦੀਆਂ 3 ਪ੍ਰਮੁੱਖ ਜਮਾਤਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਕਰ ਚੁੱਕੀਆਂ ਹੈਗੀਆਂ ਨੇ। ਸੋ ਇਸ ਹਾਲਾਤ ਦੇ ਵਿੱਚ ਕਾਂਗਰਸ ਜੋ ਕਿ ਜ਼ਿਆਦਾ ਪਿੱਛੇ ਨਹੀਂ ਹੈ ਇਸ ਪੂਰੇ ਭੇਡ ਚਾਲ ਦੇ ਵਿੱਚੋਂ, ਕਿਉਂਕਿ ਕਾਂਗਰਸ ਨੇ ਇੱਕ ਤਰੀਕੇ ਦਾ ਜਿਹੜਾ ਠੇਕਾ ਹੈ ਸੈਕੂਲਰਵਾਦ ਦਾ ਹਮੇਸ਼ਾ ਹੀ ਆਪਣੇ ਮੋਢਿਆਂ ਤੇ ਚੱਕ ਕੇ ਰੱਖਿਆ ਹੈ, ਕੌਮੀ ਪੱਧਰ ਤੇ ਪੰਜਾਬ ਦੇ ਪੱਧਰ ਉੱਤੇ ਵੀ।
ਸੋ ਉਹ ਸੈਕੂਲਰਵਾਦ ਦਾ ਠੇਕਾ ਚੱਕਣ ਵਾਲੀ ਕਾਂਗਰਸ ਦੇ ਜੇ ਮੁੱਖ ਮੰਤਰੀ ਇਹ ਕਹਿ ਦਿੰਦੇ ਨੇ ਵੀ ਸਾਡੇ ਸੂਬੇ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇਕਾਈ ਦਾ ਪ੍ਰਧਾਨ ਇੱਕ ਹਿੰਦੂ ਨੂੰ ਹੋਣਾ ਚਾਹੀਦਾ, ਇੱਕ ਮੌਕਾ ਮਿਲਣਾ ਚਾਹੀਦਾ ਹੈ, ਸਿਰਫ ਇਸ ਕਾਰਨ ਤੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੋਂ ਰੋਕਿਆ ਜਾਏ। ਸੋ ਜੇ ਐਸੀ ਗੱਲ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਦਿੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਇਹ ਪਾਰਟੀ ਵੀ ਕੁਝ ਵੱਖਰੀ ਲੀਹਾਂ ਤੇ ਨਹੀਂ ਹੈ। ਉਹ ਇੱਕ ਵੱਖਰੀ ਗੱਲ ਹੈ ਵੀ ਹੁਣ ਇਸ ਪਾਰਟੀ ਦੇ ਜਿਹੜੇ ਦੋ ਟੌਪ ਪੋਜੀਸ਼ਨਸ ਹੈਗੀਆਂ ਨੇ, ਕਾਂਗਰਸ ਪਾਰਟੀ ਦਾ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ, ਉਹ ਦੋਵੇਂ ਜੱਟ ਸਿੱਖ ਹੈਗੇ ਨੇ। ਸੋ ਅਸੀਂ ਕਿਉਂ ਫਿਰਕਿਆਂ ਦੇ ਵਿੱਚ ਜਾਂ ਕਿਉਂ ਜ਼ਾਤ ਬਿਰਾਦਰੀ ਦੇ ਚੱਕਰਾਂ ਵਿੱਚ ਪੈ ਕੇ ਇਹਨਾਂ ਟੌਪ ਦੀ ਪੋਜੀਸ਼ਨਸ ਨੂੰ ਵੇਖਦੇ ਹਾਂ? ਮੁੱਖ ਮੰਤਰੀ, ਡਿਪਟੀ ਚੀਫ ਮਿਨਿਸਟਰ ਕਿਹੜੇ ਫਿਰਕੇ ਦਾ, ਕਿਹੜੀ ਜ਼ਾਤ ਦਾ ਹੋਏਗਾ? ਇਹ ਸਾਡੇ ਲਈ ਐਡਾ ਇੰਪੋਰਟੈਂਟ ਕਿਉਂ ਹੈ? ਪੋਲੀਟੀਕਲ ਪਾਰਟੀਆਂ ਦੀ ਐਡਾ ਇੰਪੋਰਟੈਂਟ ਕਿਉਂ ਹੈ? ਤੁਹਾਡੇ ਮੇਰੇ ਲਈ ਤਾਂ ਬਿਲਕੁਲ ਇੰਪੋਰਟੈਂਟ ਨਹੀਂ ਹੋਏਗਾ, ਕਿਉਂਕਿ ਅਸੀਂ ਤਾਂ ਸ਼ਾਇਦ ਪੰਜਾਬ ਦੇ ਵਿੱਚ ਵਿਕਾਸ ਚਾਹੁੰਦੇ ਹਾਂ, ਤਰੱਕੀ ਚਾਹੁੰਦੇ ਹਾਂ, ਅਮਨ ਸ਼ਾਂਤੀ ਚਾਹੁੰਦੇ ਹਾਂ। ਇਹ ਚਾਹੁੰਦੇ ਹਾਂ ਵੀ ਸਾਡੀਆਂ ਉਹ ਸਮੱਸਿਆਵਾਂ ਹੱਲ ਹੋਣ, ਸਾਡੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਤੋਂ ਨਿਜਾਤ ਮਿਲੇ। ਉਹ ਨੌਜਵਾਨ ਜੋ ਕਿ ਇਸ ਵਕਤ ਆਇਲਟਸ ਕਰਕੇ ਸਿੱਧਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਰੁਖ ਕਰ ਰਹੇ ਹੈਗੇ ਨੇ, ਪੰਜਾਬ ਵਿੱਚ ਰੁਕਣ, ਪੰਜਾਬ ਵਿੱਚ ਕਿਸੇ ਕੰਮ ਉਹਨਾਂ ਨੂੰ ਲਾਇਆ ਜਾ ਸਕੇ, ਨੌਕਰੀਆਂ, ਰੋਜ਼ਗਾਰ ਪੈਦਾ ਹੋਵੇ। ਅਸੀਂ ਚਾਹੁੰਦੇ ਹਾਂ ਵੀ ਇੱਥੇ ਐਸੀਆਂ ਘਟਨਾਵਾਂ ਨਾ ਹੋਣ ਜੋ ਕਿ ਫਿਰਕੂ ਤਣਾਅ ਪੈਦਾ ਕਰਦੀਆਂ ਨੇ, ਬੇਅਦਬੀ ਦੀਆਂ ਘਟਨਾਵਾਂ ਨਾ ਹੋਣ, ਤੇ ਜੇ ਘਟਨਾਵਾਂ ਹੋਈਆਂ ਨੇ ਤਾਂ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ ਤੇ ਕੇਸ ਦੇ ਵਿੱਚ ਇਨਸਾਫ ਹੋਵੇ। ਲੇਕਿਨ ਇਹ ਸਾਰੀਆਂ ਗੱਲਾਂ ਬਾਤਾਂ ਸਾਡੀ ਪੋਲੀਟੀਕਲ ਪਾਰਟੀਜ਼ ਲਈ ਕਿਉਂ ਇੰਨੀਆਂ ਅਨਫੈਸ਼ਨੇਬਲ ਹੋ ਚੁੱਕੀਆਂ ਨੇ? ਜਿਵੇਂ ਬੈਲ ਬਾਟਮ ਦਾ ਇੱਕ ਰਿਵਾਜ਼ ਹੁੰਦਾ ਸੀ ਜਾਂ ਕੁਝ ਕੱਪੜਿਆਂ ਦਾ ਐਸਾ ਰਿਵਾਜ਼ ਹੁੰਦਾ ਜੋ ਕਿ ਕੁਝ ਦਹਾਕਿਆਂ ਤੋਂ ਬਾਅਦ ਫਿਰ ਰਿਪੀਟ ਕਰਦਾ ਹੈ, ਯਾਨੀ ਕਿ ਹਿਸਟਰੀ ਰਿਪੀਟਸ ਇਟਸੈਲਫ, ਉਵੇਂ ਹੀ ਇਹ ਲੱਗਦਾ ਵੀ ਇਹ ਫਿਰਕੂ ਫਾਰਮੂਲਾ ਜਿਹੜਾ ਹੈ ਕਈ ਦਹਾਕਿਆਂ ਬਾਅਦ ਇੱਕ ਵਾਰ ਫਿਰ ਪੋਲੀਟੀਕਲ ਪਾਰਟੀਆਂ ਨੂੰ ਭਾਉਣ ਵੀ ਲੱਗ ਪਿਆ ਹੈ ਤੇ ਉਹਨਾਂ ਨੂੰ ਲੱਗਦਾ ਵੀ ਹੋਰ ਕੁਝ ਤਾਂ ਹੁਣ ਮੁੱਦਾ ਤੇ ਏਜੰਡਾ ਬਚਿਆ ਨਹੀਂ। ਜਿਹੜੇ ਏਜੰਡੇ ਬਚੇ ਨੇ ਉਹ ਸਿਰਫ ਕਿਤਾਬਾਂ ਤੇ ਟੈਕਸਟ ਬੁੱਕ ਜਾਂ ਮੈਨੀਫੈਸਟੋਜ਼ ਜੋਗੇ ਹੈਗੇ ਨੇ, ਜੋ ਕਿ ਪਹਿਲਾਂ ਵੀ ਰੱਦੀ ਦੇ ਢੇਰ ਵਿੱਚ ਉਹਨਾਂ ਪਾਰਟੀਆਂ ਵੱਲੋਂ ਖੁਦ ਹੀ ਰੱਖੇ ਜਾ ਚੁੱਕੇ ਨੇ। ਸੋ ਜੇ ਪਾਰਟੀਆਂ ਉਹਨਾਂ ਮੈਨੀਫੈਸਟੋ ਦੇ ਵਿੱਚ ਖੁਦ ਵਿਸ਼ਵਾਸ ਨਹੀਂ ਕਰਦੀਆਂ ਤਾਂ ਲੋਕਾਂ ਨੇ ਕੀ ਵਿਸ਼ਵਾਸ ਕਰਨਾ? ਸੋ ਇਹ ਗੱਲ ਉਹਨਾਂ ਦੀ ਕਾਫੀ ਹੱਦ ਤੱਕ ਸਹੀ ਹੈ। ਸੋ ਇਸ ਸੋਚਦੇ ਚੱਲਦੇ ਕੁਝ ਨਵਾਂ ਕੀਤਾ ਜਾਏ, ਕੁਝ ਨਵੇਕਲਾ ਕੀਤਾ ਜਾਏ, ਕੋਈ ਨੋਵਲਟੀ ਲਿਆਂਦੀ ਜਾਵੇ, ਕੁਝ ਇਨੋਵੇਸ਼ਨ ਲਿਆਂਦੀ ਜਾਵੇ। ਸੋ ਇਨੋਵੇਸ਼ਨ ਕੀ ਹੋ ਰਹੀ ਹੈ? ਇਨੋਵੇਸ਼ਨ ਇਹ ਹੋ ਰਹੀ ਹੈ ਵੀ ਪਹਿਲੀ ਵਾਰ ਪੰਜਾਬ ਦੇ ਵਿੱਚ ਸਮੂਹ ਪੱਧਰ ਤੇ ਪੋਲੀਟੀਕਲ ਪਾਰਟੀਆਂ ਤੇ ਪੋਲੀਟੀਕਲ ਕਲਚਰ ਨੇ ਫਿਰਕੂ ਰੰਗਤ ਨੂੰ ਸਾਹਮਣੇ ਅਪਣਾ ਲਿਆ ਹੈ। ਇਹ ਕਦੇ ਦੇਸ਼ ਦੇ ਸੰਵਿਧਾਨ ਜਾਂ ਦੇਸ਼ ਦੇ ਕਾਨੂੰਨ ਦੇ ਮੁਤਾਬਕ ਵੀ ਇਸ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਜਿਸ ਤਰੀਕੇ ਨਾਲ ਤੇ ਜਿਸ ਬੇਸ਼ਰਮੀ ਦੇ ਨਾਲ ਸਾਡੀ ਪੋਲੀਟੀਕਲ ਜਮਾਤਾਂ ਨੇ ਫਿਰਕਿਆਂ ਦੀ ਗੱਲ ਕਰਕੇ, ਜ਼ਾਤ ਬਿਰਾਦਰੀ ਦੀ ਗੱਲ ਕਰਕੇ, ਵੱਡੇ ਵੱਡੇ ਜਿਹੜੇ ਅਹੁਦੇ ਹੈ ਉੱਥੇ ਰਿਜ਼ਰਵੇਸ਼ਨ ਇੱਕ ਤਰੀਕੇ ਦਾ ਰਾਖਵਾਂਕਰਨ ਉਹ ਵੱਡੇ ਵੱਡੇ ਅਹੁਦਿਆਂ ਦਾ ਕਰਤਾ ਹੈ, ਤੇ ਫਿਰਕਿਆਂ ਨੂੰ ਜਾਂ ਵੋਟ ਬੈਂਕਾਂ ਨੂੰ ਸਾਧਣ ਲਈ ਇਹ ਸਾਰੇ ਜਿਹੜੇ ਐਲਾਨ ਹੈਗੇ ਨੇ, ਉੱਚੇ ਜਿਹੜੇ ਅਨਾਉਂਸਮੈਂਟਸ ਹੈਗੀਆਂ ਨੇ, ਉਹ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਕਰਤੀਆਂ ਨੇ। ਉਸ ਤੋਂ ਸਾਫ਼ ਸਮਝ ਵਿੱਚ ਆ ਰਿਹਾ ਵੀ ਸਾਡੀਆਂ ਸਿਆਸੀ ਜਮਾਤਾਂ ਤੇ ਸਾਡੇ ਸਿਆਸੀ ਲੀਡਰ ਜਿਹੜੇ ਹੈਗੇ ਨੇ ਉਹ ਦਿਵਾਲੀਏ ਹੈਗੇ ਨੇ, ਉਹ ਬੈਂਕਰਪਟ ਹੈਗੇ ਨੇ। ਉਹਨਾਂ ਕੋਲ ਨਾ ਤਾਂ ਆਈਡੀਆਜ਼ ਹੈਗੇ ਨੇ, ਨਾ ਉਹਨਾਂ ਕੋਲ ਸੋਲਿਊਸ਼ਨਸ ਹੈਗੇ ਨੇ, ਨਾ ਉਹਨਾਂ ਕੋਲ ਕਿਸੇ ਚੀਜ਼ ਦਾ ਕੋਈ ਹੱਲ ਹੈ, ਤੇ ਨਾ ਹੀ ਉਹਨਾਂ ਨੂੰ ਖੁਦ ਇਸ ਚੀਜ਼ ਦਾ ਪਤਾ ਹੈ ਕਿ ਲੋਕਾਂ ਨੂੰ ਨਾ ਹੀ ਉਹਨਾਂ ਦੇ ਵਿੱਚ ਵਿਸ਼ਵਾਸ ਹੈ। ਸੋ ਇਸ ਟਰਸਟ ਡੈਫਿਸਿਟ ਦੇ ਚੱਲਦੇ ਆ, ਇਸ ਭਰੋਸੇਯੋਗਤਾ ਦੀ ਕਮੀ ਨਹੀਂ ਬਲਕਿ ਭਰੋਸੇਯੋਗਤਾ ਦਾ ਅਕਾਲ ਜਿਸ ਨੂੰ ਆਪਾਂ ਕਹਿ ਸਕਦੇ ਹਾਂ, ਸਿਆਸੀ ਤੇ ਜਨਤਕ ਪੱਧਰ ਤੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਪ੍ਰਤੀ ਹੈ, ਉਸ ਦੇ ਚੱਲਦਿਆਂ ਹੋਰ ਇਹ ਪਾਰਟੀਆਂ ਕਰ ਵੀ ਕੀ ਸਕਦੀਆਂ ਸਨ। ਸੋ ਫਿਰਕੂ ਕਾਰਡ ਖੇਲਣਾ ਹੈ, ਉਸ ਨੂੰ ਖੇਲ ਲਿਆ ਜਾਵੇ। ਅਖੀਰ ਦੇ ਵਿੱਚ ਇਹ ਸਮਝ ਵਿੱਚ ਕਿਉਂ ਹਮੇਸ਼ਾ ਆਉਂਦਾ ਵੀ ਜਦੋਂ ਚੋਣਾਂ ਦੇ ਵਿੱਚ ਕੁਝ ਮਹੀਨੇ ਬਾਕੀ ਬਚੇ ਹੁੰਦੇ ਨੇ, ਉਸ ਵਕਤ ਇਹ ਫਿਰਕੂ ਕਾਰਡ ਕਿਉਂ ਪੱਤੇ ਕੱਢ ਲਏ ਜਾਂਦੇ ਨੇ? ਇਹ ਅਸੀਂ 2017 ਦੇ ਵਿੱਚ ਵੀ ਵੇਖਿਆ। ਇੱਕ ਐਸਾ ਮਾਹੌਲ ਉਸ ਵਕਤ ਕ੍ਰੀਏਟ ਕੀਤਾ ਗਿਆ। ਅਖੀਰ ਦੇ ਕੁਝ ਹਫ਼ਤਿਆਂ ਦਾ ਜਿਹੜਾ ਚੋਣ ਪ੍ਰਚਾਰ ਸੀ, ਨਰਿੰਦਰ ਮੋਦੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਤੇ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੱਕ, ਸਾਰੇ ਫਿਰਕੂ ਸਦਭਾਅ ਦੀ ਗੱਲ ਕਰ ਰਹੇ ਸੀ। ਸਾਰਿਆਂ ਨੂੰ ਪੰਜਾਬ ਦੀ ਅਖੰਡਤਾ ਜਾਂ ਦੇਸ਼ ਦੀ ਅਖੰਡਤਾ ਦਾ ਜਿਹੜਾ ਖਤਰਾ ਉਸ ਉੱਤੇ ਮੰਡਰਾ ਰਿਹਾ ਸੀ ਸਰਹੱਦੋਂ ਪਾਰ, ਯਾਨੀ ਕਿ ਪਾਕਿਸਤਾਨ ਤੋਂ। ਉਹ ਅਚਾਨਕ ਕੋਈ ਐਸੀ ਦੂਰਬੀਨ ਸੀ ਇਹਨਾਂ ਕੋਲ, ਕੋਈ ਐਸਾ ਸਿਆਸੀ ਚਸ਼ਮਾ ਸੀ ਜਿਸ ਤੋਂ ਉਹ ਖਤਰਾ ਦਿਸਣਾ ਸ਼ੁਰੂ ਹੋ ਗਿਆ, ਤੇ ਇਹਨਾਂ ਨੇ ਭਾਸ਼ਣਾਂ ਦੇ ਵਿੱਚ ਉਹੀ ਗੱਲ ਕਰਨੀ ਸ਼ੁਰੂ ਕਰਤੀ। ਸੋ ਕੀ ਕਿਸੇ ਵੋਟ ਬੈਂਕ ਨੂੰ ਹਿਲਾਏ ਜਾਣ ਜਾਂ ਡਿਫਲੈਕਟ ਕਰਨ ਦੀ ਕੋਸ਼ਿਸ਼ ਸੀ? ਇਹ ਸਾਰੀਆਂ ਗੱਲਾਂ ਬਾਤਾਂ ਵਿੱਚ ਹੀ ਨੇ। ਲੇਕਿਨ ਇਹ ਪਾਰਟੀਆਂ ਕੀ ਕਰ ਰਹੀਆਂ ਨੇ ਇਹ ਤਾਂ ਆਪਾਂ ਸਭ ਦੇਖ ਰਹੇ ਹਾਂ। ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਵੀ ਹੋ ਤੇ ਤੁਸੀਂ ਇਹ ਸਾਰੀ ਚੀਜ਼ਾਂ ਦੇਖਦੇ ਸਮਝਦੇ ਵੀ ਹੋ। ਮੈਂ ਸ਼ਾਇਦ ਸਾਰੀ ਚੀਜ਼ਾਂ ਨੂੰ ਇਕੱਠਾ ਕਰਕੇ ਕੁਝ ਮਿੰਟਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਇੱਕ ਕੋਸ਼ਿਸ਼ ਮਾਤਰ ਕਰ ਰਿਹਾ। ਗਿਆਨ ਤੇ ਸਮਝ ਇਹ ਸਾਰੀ ਚੀਜ਼ਾਂ ਦੇ ਪ੍ਰਤੀ ਤੁਹਾਨੂੰ ਮੇਰੇ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਲੇਕਿਨ ਇਹ ਪਾਰਟੀਆਂ ਕਿਉਂ ਕਰ ਰਹੀਆਂ ਨੇ? ਕਾਫੀ ਹੱਦ ਤੱਕ ਉਸ ਦਾ ਜਵਾਬ ਵੀ ਤੁਹਾਨੂੰ ਮਿਲ ਚੁੱਕਾ ਹੈ, ਕਿਉਂਕਿ ਏਜੰਡਾ ਨਹੀਂ ਹੈ। ਜਿਹੜੇ ਏਜੰਡੇ ਹੈਗੇ ਨੇ ਉਹਨਾਂ ਤੇ ਲੋਕਾਂ ਦਾ ਭਰੋਸਾ ਨਹੀਂ ਹੈ, ਖੁਦ ਪੋਲੀਟੀਕਲ ਲੀਡਰਾਂ ਦਾ ਭਰੋਸਾ ਨਹੀਂ ਹੈ, ਖੁਦ ਐਮਐਲਏਸ ਤੱਕ ਇਹ ਕਹਿੰਦੇ ਫਿਰ ਰਹੇ ਹੈਗੇ ਨੇ ਵੀ ਸਰਕਾਰਾਂ ਨੇ ਉਹ ਕੰਮ ਕੀਤੇ ਹੀ ਨਹੀਂ। ਸੋ ਜਦੋਂ ਕਿਸੇ ਦਾ ਭਰੋਸਾ ਕਿਸੇ ਹੋਰ ਏਜੰਡੇ ਦੇ ਵਿੱਚ, ਜੋ ਕਿ ਇੱਕ ਰਿਫਾਰਮਿਸਟ ਏਜੰਡਾ ਹੋ ਸਕਦਾ ਸੀ, ਜੋ ਕਿ ਇੱਕ ਡਿਵੈਲਪਮੈਂਟ ਦਾ ਏਜੰਡਾ ਹੋ ਸਕਦਾ ਸੀ, ਜੋ ਕਿ ਰੁਜ਼ਗਾਰ ਦੇਣ ਦਾ ਏਜੰਡਾ ਹੋ ਸਕਦਾ ਸੀ, ਕਿਉਂਕਿ ਜਦੋਂ 5-5 ਸਾਲਾਂ ਬਾਅਦ ਅਸੀਂ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰਦੇ, ਉਹਨਾਂ ਨੂੰ ਪੂਰਾ ਨਹੀਂ ਕਰਦੇ, ਤਾਂ ਸਾਨੂੰ ਨਵੇਂ ਸ਼ਗੂਫੇ ਲੱਭਣੇ ਪੈਂਦੇ ਨੇ। ਸੋ ਉਹੀ ਇਹ ਸ਼ਗੂਫੇ ਹੈਗੇ ਨੇ ਜੋ ਕਿ ਇਸ ਫਿਰਕੂ
ਜਿਹੜਾ ਕਾਰਡ ਖੇਡਿਆ ਜਾ ਰਿਹਾ ਜਾਂ ਇਹ ਜਿਹੜਾ ਫਿਰਕੂ ਫਾਰਮੂਲਾ ਪੜਾਇਆ ਜਾ ਰਿਹਾ ਆਪਣੀ ਇਕੁਏਸ਼ਨ ਸਾਧਨ ਲਈ ਉਸ ਦੇ ਵਿੱਚ ਨਜ਼ਰ ਆ ਰਿਹਾ ਹੈ। ਲੇਕਿਨ ਹੁਣ ਸਵਾਲ ਇਹ ਖੜਾ ਹੁੰਦਾ ਹੈ ਵੀ ਇਹ ਜਿਹੜੇ ਫਿਰਕੂ ਕਾਰਡ ਹੈ ਇੱਕ ਦਲਿਤ ਜਾਂ ਇੱਕ ਹਿੰਦੂ ਭਾਈਚਾਰੇ ਤੋਂ ਲਿਆਂਦਾ ਗਿਆ ਇੱਕ ਡਿਪਟੀ ਚੀਫ ਮਿਨਿਸਟਰ ਜਾਂ ਇੱਕ ਸਿੱਖ ਭਾਈਚਾਰੇ ਤੋਂ ਲਿਆਂਦਾ ਗਿਆ ਇੱਕ ਮੁੱਖ ਮੰਤਰੀ ਜਿਵੇਂ ਆਮ ਆਦਮੀ ਪਾਰਟੀ ਨੇ ਅਨਾਉਂਸ ਕੀਤਾ ਹੈ, ਉਹ ਪੰਜਾਬ ਦਾ ਭਲਾ ਕੀ ਕਰ ਸਕਦਾ ਹੈ? ਇਹ ਸਮਝਣ ਦੀ ਗੱਲ ਹੈ। ਉਹ ਆਪਣੇ ਫਿਰਕਿਆਂ ਦਾ, ਯਾਨੀ ਕਿ ਇੱਕ ਹਿੰਦੂ ਡਿਪਟੀ ਚੀਫ ਮਿਨਿਸਟਰ ਹਿੰਦੂਆਂ ਦਾ ਭਲਾ ਕਰੂਗਾ, ਇੱਕ ਦਲਿਤ ਚੀਫ ਮਿਨਿਸਟਰ ਜਾਂ ਡਿਪਟੀ ਚੀਫ ਮਿਨਿਸਟਰ ਦਲਿਤਾਂ ਦਾ ਭਲਾ ਕਰੂਗਾ, ਤੇ ਇੱਕ ਸਿੱਖ ਚੀਫ ਮਿਨਿਸਟਰ ਸਿੱਖਾਂ ਦਾ ਭਲਾ ਕਰੇਗਾ। ਤੇ ਕੀ ਪੰਜਾਬ ਦੇ ਵਿੱਚ ਜਿਹੜੀ ਜਨਸੰਖਿਆ ਹੈ, ਜਿਹੜੀ ਆਬਾਦੀ ਹੈ ਪੰਜਾਬ ਦੇ ਵਿੱਚ, ਕੀ ਆਪਾਂ ਉਸ ਨੂੰ ਜੇ ਫਿਰਕਿਆਂ ਦੇ ਵਿੱਚ ਵੰਡ ਕੇ ਵੇਖਾਂਗੇ ਤਾਂ ਕੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਅਜੀਬੋ-ਗਰੀਬ ਦੀ ਸਥਿਤੀ ਨਹੀਂ ਹੋ ਜਾਏਗੀ ਕਿ ਇੱਕ ਸਿੱਖ ਮੁੱਖ ਮੰਤਰੀ ਤੋਂ ਕੀ ਅਸੀਂ ਸਿਰਫ ਸਿੱਖਾਂ ਦੇ ਭਲੇ ਦੀ ਗੱਲ ਚਾਹਾਂਗੇ, ਇੱਕ ਬਹੁਗਿਣਤੀ ਦੀ ਗੱਲ ਚਾਹਾਂਗੇ, ਜਾਂ ਇੱਕ ਹਿੰਦੂ ਡਿਪਟੀ ਚੀਫ ਮਿਨਿਸਟਰ ਤੋਂ ਸਿਰਫ ਹਿੰਦੂ ਭਾਈਚਾਰੇ ਦੇ ਭਲੇ ਦੀ ਗੱਲ ਚਾਹਾਂਗੇ? ਪਿਛੋਕੜ ਚੱਲ ਪੈਂਦੇ ਆ ਥੋੜਾ ਜਿਹਾ, ਕਿਉਂਕਿ ਆਪਾਂ ਨੂੰ ਸਮਝਣਾ ਜ਼ਰੂਰੀ ਹੈ ਵੀ ਜੇ ਗੱਲ ਕਹੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਵੀ ਕਿ ਹਿੰਦੂ ਦਲਿਤ ਜਾਂ ਇੱਕ ਸਿੱਖ ਡਿਪਟੀ ਚੀਫ ਮਿਨਿਸਟਰ ਜਾਂ ਚੀਫ ਮਿਨਿਸਟਰ ਹੋਣਗੇ, ਤਾਂ ਉਸ ਦੇ ਵਿੱਚ ਪਹਿਲਾਂ ਵੀ ਵੇਖ ਲੈਂਦੇ ਵੀ ਕੀ ਕੁਝ ਕੀਤਾ ਗਿਆ। ਆਪਾਂ ਚੀਫ ਮਿਨਿਸਟਰਾਂ ਦੀ ਗੱਲ ਕਰ ਲੈਂਦੇ ਹਾਂ। ਹੁਣ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਸਿੱਖ ਨੇ, ਇੱਕ ਜੱਟ ਸਿੱਖ ਹੈਗੇ ਨੇ। ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੈਗੇ ਨੇ, ਕਿੰਨੀ ਵਾਰ ਉਹ ਮੁੱਖ ਮੰਤਰੀ ਰਹਿ ਚੁੱਕੇ ਹੈਗੇ ਨੇ, 2 ਵਾਰ ਲਗਾਤਾਰ ਟਰਮ ਦੇ ਵਿੱਚ ਰਹੇ। ਉਸ ਤੋਂ ਪਹਿਲਾਂ ਫਿਰ ਕੈਪਟਨ ਮੁੱਖ ਮੰਤਰੀ 2002 ਤੋਂ 7 ਤੱਕ ਰਹੇ। ਉਸ ਤੋਂ ਪਹਿਲਾਂ 1997 ਤੋਂ 2002 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ। ਤੋਂ 25 ਸਾਲ ਤੱਕ ਇਹ ਦੋਵੇਂ ਲੀਡਰਾਂ ਨੇ ਆਪਸ ਦੇ ਵਿੱਚ ਵਾਰੀ ਵੱਟਾ ਇਹਨਾਂ ਦਾ ਚੱਲਦਾ ਰਿਹਾ ਕਿ ਕਦੇ ਤੇਰੀ ਵਾਰੀ ਤੇ ਕਦੇ ਮੇਰੀ ਵਾਰੀ। ਸੋ 25 ਸਾਲ ਤੱਕ ਇਹ ਲੰਘਾਤੇ ਗਏ। ਮਾਡਰਨ ਪੰਜਾਬ ਜਿਹੜਾ ਰੀਆਰਗੇਨਾਈਜੇਸ਼ਨ ਤੋਂ ਬਾਅਦ 1966 ਤੋਂ ਬਾਅਦ ਜਿਹੜਾ ਪੰਜਾਬ ਬਣਦਾ ਹੈ, ਉਹਦੀ ਜ਼ਿੰਦਗੀ ਜਿਹੜੀ ਉਹਦੀ ਉਮਰ ਹੈ ਇਸ ਵਕਤ ਤਕਰੀਬਨ 55 ਸਾਲ ਦੇ ਆਸ-ਪਾਸ ਹੈ, ਜਿਸ ਵਿੱਚੋਂ 25 ਸਾਲ ਤੱਕ ਇਹ ਦੋਵੇਂ ਲੀਡਰਾਂ ਨੇ ਇੱਕ ਤੋਂ ਬਾਅਦ ਇੱਕ ਸਰਕਾਰਾਂ ਚਲਾਈਆਂ ਨੇ ਤੇ ਦੋਵੇਂ ਸਿੱਖ ਆਗੂ ਹੈਗੇ ਨੇ। ਉਸ ਤੋਂ ਪਿੱਛੇ ਚੱਲ ਪਈਏ, ਰਜਿੰਦਰ ਕੌਰ ਭੱਠਲ ਜਿਨ੍ਹਾਂ ਨੂੰ ਕਿ ਮਹਿਜ਼ 3 ਮਹੀਨੇ ਸਰਕਾਰ ਚਲਾਉਣ ਦਾ ਮੌਕਾ ਮਿਲਿਆ। ਹਰਚਰਨ ਸਿੰਘ ਬਰਾੜ ਲਗਭਗ 1.5 ਸਾਲ ਉਹਨਾਂ ਦੀ ਸਰਕਾਰ ਚੱਲਦੀ ਹੈ। ਬੇਅੰਤ ਸਿੰਘ ਜਿਨ੍ਹਾਂ ਨੇ ਕਿ 3 ਸਾਲ ਸਰਕਾਰ ਚਲਾਈ। ਬੇਅੰਤ ਸਿੰਘ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ, ਉਸ ਤੋਂ ਪਹਿਲਾਂ ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ, ਪ੍ਰਤਾਪ ਸਿੰਘ ਕੈਰੋ। ਹੁਣ ਮੈਂ ਜੇ ਸਾਰੇ ਲੀਡਰਾਂ ਦੀ ਗੱਲ ਕਰ ਲਾਂ, ਇਹ ਸਾਰੇ ਲੀਡਰ ਜਿਹੜੇ ਸਨ ਉਹ ਜੱਟ ਸਿੱਖ ਕਮਿਊਨਿਟੀ ਦੇ ਵਿੱਚੋਂ ਆਉਂਦੇ ਸਨ। ਗਿਆਨੀ ਜੈਲ ਸਿੰਘ ਉਹਨਾਂ ਨੂੰ ਛੱਡ ਕੇ ਜਸਟਿਸ ਗੁਰਨਾਮ ਸਿੰਘ ਦੀ ਗੱਲ ਕਰ ਲਈਏ, ਇਹ ਸਾਰੇ ਸਿੱਖ ਲੀਡਰ ਸਨ। ਤੇ ਖਾਸ ਕਰਕੇ ਬੀਤੇ 25 ਸਾਲਾਂ ਤੇ ਮੈਂ ਵਿਸ਼ੇਸ਼ ਤੌਰ ਤੇ ਫੋਕਸ ਦੇਣਾ ਚਾਹਾਂਗਾ। ਉਹ ਲੀਡਰ ਜਿਹੜੇ ਕਿ ਸਿੱਖ ਵੀ ਨੇ, ਉਹ ਲੀਡਰ ਜਿਹੜੇ ਕਿ ਜੱਟ ਸਿੱਖ ਵੀ ਨੇ, ਉਹ ਲੀਡਰ ਜਿਹੜੇ ਕਿ ਬਹੁ ਗਿਣਤੀ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਹੈ ਉਸ ਦੀ ਨੁਮਾਇੰਦਗੀ ਵੀ ਕਰਦੇ ਨੇ। ਲੇਕਿਨ ਅੱਜ ਕੀ ਇਹ ਕਹਿਣਾ ਗਲਤ ਹੋਏਗਾ ਵੀ ਇਹ ਲੀਡਰਾਂ ਤੋਂ ਹੀ ਉਹ ਬਹੁ ਗਿਣਤੀ ਸਭ ਤੋਂ ਜ਼ਿਆਦਾ ਦੁਖੀ ਹੈ? ਇਹ ਲੀਡਰ ਹੀ ਉਹ ਲੀਡਰ ਹੈਗੇ ਨੇ ਜਿਨ੍ਹਾਂ ਤੋਂ ਬਹੁ ਗਿਣਤੀ ਨੂੰ ਸਭ ਤੋਂ ਜ਼ਿਆਦਾ ਨਮੋਸ਼ੀ ਹੈ। ਕਿਉਂਕਿ ਬੇਅਦਬੀਆਂ ਦੇ ਮੁੱਦਿਆਂ ਨੂੰ ਲੈ ਕੇ ਜੇ ਬੇਅਦਬੀਆਂ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਜਾਂ ਰਾਜ ਦੇ ਦੌਰਾਨ ਹੋਈਆਂ ਤਾਂ ਉਹਨੂੰ ਸਜ਼ਾ ਦਿਵਾਉਣ ਜਾਂ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਲੱਭਣ ਦੇ ਵਿੱਚ ਜਿਹੜੀ ਨਲਾਇਕੀ ਤੇ ਨਾਕਾਮਯਾਬੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਹੋਈ। ਫਿਰ ਕਿਹੜੇ ਸਿੱਖ ਮੁੱਖ ਮੰਤਰੀ ਜਾਂ ਕਿਹੜਾ ਹਿੰਦੂ ਡਿਪਟੀ ਚੀਫ ਮਿਨਿਸਟਰ ਜਾਂ ਕਿਹੜਾ ਦਲਿਤ ਜਿਹੜਾ ਡਿਪਟੀ ਚੀਫ ਮਿਨਿਸਟਰ ਹੈ ਉਹ ਆਪਣੀ ਜਿਹੜੇ ਫਿਰਕੂ ਤੇ ਕੌਮ ਦੇ ਜਿਹੜੀ ਐਸਪੀਰੇਸ਼ਨਸ ਹੈ, ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਤੇ ਪੂਰਾ ਪੈਂਦਾ ਹੈ? ਸਵਾਲ ਇਹੀ ਖੜਾ ਹੋ ਰਿਹਾ ਵੀ ਜੇ ਪੰਜਾਬ ਦੇ ਵਿੱਚ ਇੰਨੇ ਹੀ ਕਾਬਲ ਮੁੱਖ ਮੰਤਰੀ ਕਿਸੇ ਭਾਈਚਾਰੇ ਵਿਸ਼ੇਸ਼ ਦੇ ਵਿੱਚੋਂ ਜਾਂ ਡਿਪਟੀ ਚੀਫ ਮਿਨਿਸਟਰ ਕਿਸੇ ਭਾਈਚਾਰੇ ਵਿਸ਼ੇਸ਼ ਦੇ ਵਿੱਚੋਂ ਲੱਭ ਕੇ ਅਸੀਂ ਉਹਨਾਂ ਨੂੰ ਕੰਪਾਰਟਮੈਂਟਾਂ ਵਿੱਚ ਫਿੱਟ ਕਰਕੇ ਸਿਰਫ ਆਪਣੇ ਵੋਟ ਬੈਂਕ ਸਾਧਣ ਦੀ ਖਾਤਰ, ਲੋਕਾਂ ਨੂੰ ਇਹ ਜਤਾਉਣ ਦੀ ਖਾਤਰ ਵੀ ਤੁਹਾਡੇ ਫਿਰਕੇ ਦੇ ਵਿੱਚੋਂ ਨੁਮਾਇੰਦਗੀ ਦੇਤੀ ਅਸੀਂ ਸਰਕਾਰ ਦੇ ਵਿੱਚ ਤੇ ਸਾਨੂੰ ਵੋਟ ਪਾਓ, ਜੇ ਇਹੀ ਮਨਸ਼ਾ ਦੇ ਨਾਲ ਅਸੀਂ ਜੇ ਥੋੜ੍ਹਾ ਜਿਹਾ ਪਿਛੋਕੜ ਪੰਜਾਬ ਦਾ ਵੇਖ ਲਈਏ, ਥੋੜ੍ਹਾ ਜਿਹਾ ਕਿਉਂ, ਆਪਾਂ 30 35 40 ਸਾਲਾਂ ਦਾ ਇਤਿਹਾਸ ਵੇਖ ਲਈਏ ਤਾਂ ਉਸ ਦੇ ਵਿੱਚ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਈਵਨ ਸੁਰਜੀਤ ਸਿੰਘ ਬਰਨਾਲਾ, ਇਹ 6-7 ਮੁੱਖ ਮੰਤਰੀ ਨੇ। ਜੇ ਇਹ ਸਾਰੇ ਮੁੱਖ ਮੰਤਰੀਆਂ ਵੱਲੋਂ ਪੰਜਾਬ ਦੇ ਵਿੱਚ ਬਹੁ ਗਿਣਤੀ ਆਬਾਦੀ ਸਿੱਖਾਂ ਦਾ ਵਾਕਈ ਭਲਾ ਕੀਤਾ ਗਿਆ ਹੁੰਦਾ ਤਾਂ ਕੀ ਅੱਜ ਇਤਿਹਾਸ ਦੇ ਵਿੱਚ ਇਹਨਾਂ ਪ੍ਰਤੀ ਇੰਨੀ ਕੁੜੱਤਣ ਸਿੱਖ ਸਮਾਜ ਦੇ ਵਿੱਚ ਹੁੰਦੀ ਜੋ ਕਿ ਅੱਜ ਨਜ਼ਰ ਆ ਰਹੀ ਹੈ? ਅੱਜ ਤੁਸੀਂ ਓਪੀਨੀਅਨ ਕਰਾ ਕੇ ਵੇਖ ਲਓ। ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਦਾ ਅਵਾਰਡ ਉਹਨਾਂ ਨੂੰ ਮਿਲਿਆ ਹੈ। ਸਿੱਖ ਜਮਾਤ ਪੰਥਕ ਨੁਮਾਇੰਦਗੀ ਕਰਦੇ ਹੈਗੇ ਨੇ, ਪੰਥ ਦੀ ਜਮਾਤ ਦਾ ਸਭ ਤੋਂ ਵੱਡਾ ਠੇਕਾ ਅਕਾਲੀ ਦਲ ਨੇ ਲੈ ਰੱਖਿਆ ਹੈ, ਲੇਕਿਨ ਕੀ ਉਹਨਾਂ ਦੀ ਐਕਸੈਪਟੇਬਿਲਿਟੀ ਸਿੱਖ ਮਾਸਿਸ ਦੇ ਵਿੱਚ ਉਸ ਪੱਧਰ ਦੀ ਹੈ? ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਉਸੇ ਕਾਊਂਟਰ ਏਜੰਡੇ ਨੂੰ ਲੈ ਕੇ 2002 ਤੋਂ ਲੈ ਕੇ 7 ਤੱਕ ਜਦੋਂ ਦੀ ਸਰਕਾਰ ਰਹੀ ਤੇ ਉਹਨਾਂ ਨੇ ਉਸੇ ਏਜੰਡੇ ਨੂੰ ਚੁੱਕਿਆ। ਹਾਈਜੈਕ ਕਰਨ ਦੀ ਰਾਦਰ ਐਸਜੀਪੀਸੀ ਨੂੰ ਵੀ ਕੋਸ਼ਿਸ਼ ਉਸ ਦੌਰ ਦੇ ਵਿੱਚ ਹੋਈ ਸੀ। ਕਦੇ ਹੋਰ ਉਸ ਵੱਖਰੀ ਪੂਰੇ ਘਟਨਾਕ੍ਰਮ ਨੂੰ ਦੱਸਾਂਗੇ ਕਿਵੇਂ ਕੋਸ਼ਿਸ਼ ਹੋਈ ਸੀ। ਉਸ ਤੋਂ ਪਹਿਲਾਂ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ ਤੇ ਉਸ ਵਕਤ ਦੀ ਜਿਹੜੀ ਅਕਾਲੀ ਲੀਡਰਸ਼ਿਪ ਦੇ ਵਿੱਚ ਜਿਹੜਾ ਤਣਾਅ ਤੇ ਤਲਖੀ ਚੱਲਦੀ ਸੀ, ਉਹੋ ਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਐਸਜੀਪੀਸੀ ਉੱਤੇ ਕਾਬਜ਼ ਹੋਣ ਦੀਆਂ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਰਹੇ ਹੈਗੇ ਨੇ ਸਮੇਂ ਦੇ, ਉਹਨਾਂ ਵੱਲੋਂ ਹੁੰਦੀਆਂ ਰਹੀਆਂ। ਸੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹੀ ਏਜੰਡਾ ਚੱਕ ਲਿਆ, ਉਹੀ ਫਿਰਕੂ ਏਜੰਡਾ, ਯਾਨੀ ਕਿ ਇੱਕ ਪਾਰਟੀ ਵਿਸ਼ੇਸ਼ ਜੋ ਕਿ ਪੰਥਕ ਕ੍ਰੈਡੈਂਸ਼ੀਅਲਸ ਨਾਲ ਤੁਰਦੀ ਹੈ ਉਹਦੇ ਲਈ ਫਿਰਕੇ ਦੀ ਗੱਲ ਕਰਨਾ ਇਟਸ ਵੈਲਿਡ।
ਹਾਲਾਂਕਿ ਦੇਸ਼ ਦਾ ਸੰਵਿਧਾਨ ਕੌਂਸਟੀਟਿਊਸ਼ਨ ਸੈਕੂਲਰਿਜ਼ਮ ਦੇ ਜਿਹੜੇ ਸਿਧਾਂਤ ਹੈਗੇ ਨੇ, ਪ੍ਰਿੰਸੀਪਲ ਹੈ, ਉਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਤੇ ਉਸ ਨੂੰ ਲੈ ਕੇ ਅਦਾਲਤਾਂ ਦੇ ਵਿੱਚ ਅਕਾਲੀ ਦਲ ਮੁਕੱਦਮੇ ਵੀ ਚੱਲ ਰਿਹਾ ਹੈ। ਲੇਕਿਨ ਚਲੋ ਇੱਕ ਪੰਥਕ ਪਾਰਟੀ ਨੇ ਜੇ ਕੁਝ ਕਰ ਲਿਆ ਤਾਂ ਕਰ ਲਿਆ, ਲੇਕਿਨ ਪੰਜਾਬ ਦੇ ਵਿੱਚ ਤਾਂ ਕਾਂਗਰਸ ਵਰਗੀ ਸੈਕੂਲਰ ਸਰਕਾਰਾਂ ਜਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਲੀਡਰਾਂ ਨੇ ਵੀ ਉਹ ਜਿਹੜੀ ਫਲਰਟਿੰਗ ਸੀਗੀ ਪੰਥਕ ਸਿਆਸਤ ਦੇ ਨਾਲ ਜਾਂ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਉਸ ਨੂੰ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਸੋ ਸਵਾਲ ਹੀ ਖੜਾ ਹੋ ਰਿਹਾ ਹੈ ਵੀ ਜੇ ਸਾਰੀਆਂ ਗੱਲਾਂ ਬਾਤਾਂ ਐਡੀਆਂ ਸਹੀ ਨੇ, ਜੇ ਇੱਕ ਐਸਾ ਮੁੱਖ ਮੰਤਰੀ ਜੋ ਕਿ ਇੱਕ ਫਿਰਕੇ ਵਿਸ਼ੇਸ਼ ਯਾਨੀ ਕਿ ਜੇ ਉਹ ਹਿੰਦੂ ਹੈ ਜਾਂ ਫਿਰ ਉਹ ਸਿੱਖ ਹੈ, ਉਹ ਆਪਣੇ ਫਿਰਕੇ ਦੀਆਂ ਭਾਵਨਾਵਾਂ ਨੂੰ ਜਾਂ ਉਹਦੇ ਫਿਰਕੇ ਦੇ ਕੰਸਰਨਸ ਨੂੰ ਇੰਨੇ ਸਹੀ ਤਰੀਕੇ ਨਾਲ ਐਡਰੈਸ ਕਰ ਸਕਦਾ ਹੈ, ਤਾਂ ਅੱਜ ਫਿਰ ਅਸੀਂ ਪੰਜਾਬ ਦੇ ਵਿੱਚ ਬੇਦਬੀਆਂ ਦੀ ਐਡੀਆਂ ਵੱਡੀਆਂ ਘਟਨਾਵਾਂ ਕਿਉਂ ਵੇਖੀਆਂ ਤੇ ਉਸ ਤੋਂ ਬਾਅਦ ਸਾਲਾਂ-ਸਾਲ 6-6 ਸਾਲ ਤੱਕ ਉਹਨਾਂ ਦੇ ਮੁਤਲਕ ਕੋਈ ਇਨਸਾਫ ਨਾ ਹੁੰਦਾ ਕਿਉਂ ਅਸੀਂ ਵੇਖ ਰਹੇ ਹਾਂ। ਸੋ ਸਵਾਲ ਇਹੀ ਖੜੇ ਹੁੰਦੇ ਨੇ ਕਿ ਕੀ ਕੋਈ ਵਿਅਕਤੀ ਵਿਸ਼ੇਸ਼ ਜੋ ਕਿ ਫਿਰਕੇ ਵਿਸ਼ੇਸ਼ ਤੋਂ ਹੈ ਉਸ ਨੂੰ ਅਸੀਂ ਆਪਣਾ ਲੀਡਰ ਬਣਾ ਲਈਏ, ਉਸ ਨੂੰ ਆਪਣਾ ਮੁੱਖ ਮੰਤਰੀ ਜਾਂ ਆਪਣਾ ਡਿਪਟੀ ਚੀਫ ਮਿਨਿਸਟਰ ਸਿਰਫ ਇਸ ਬੇਸ ਤੇ ਬਣਾ ਲਈਏ ਵੀ ਉਹ ਕਿਸ ਫਿਰਕੇ ਤੋਂ ਹੈ, ਉਹਦੀ ਜ਼ਾਤ ਕੀ ਹੈ ਤੇ ਉਸ ਜ਼ਾਤ ਜਾਂ ਉਸ ਫਿਰਕੇ ਨਾਲ ਜੁੜਿਆ ਹੋਇਆ ਇੱਕ ਵੋਟ ਬੈਂਕ ਹੈ, ਸਾਨੂੰ ਵੋਟ ਪਾ ਦੇਗਾ। ਸਭ ਤੋਂ ਇੰਪੋਰਟੈਂਟ ਗੱਲ ਇੱਕ ਹੋਰ ਬਹੁਤ ਦਿਲਚਸਪ ਜੋ ਕਿ ਇਲੈਕਟੋਰਲ ਇਸ ਪੂਰੀ ਗੱਲਬਾਤ ਦੇ ਇਲੈਕਟੋਰਲ ਡਾਇਮੈਂਸ਼ਨ ਦੇ ਨਾਲ ਸਾਨੂੰ ਜੋੜਦੀ ਹੈ, ਉਹ ਇਹ ਹੈ ਵੀ ਅਸੀਂ ਹਮੇਸ਼ਾ, ਅਸੀਂ ਕੀ ਪੋਲੀਟੀਸ਼ੀਅਨਸ ਜ਼ਿਆਦਾਤਰ ਤੇ ਅਸੀਂ ਵੀ ਪੱਤਰਕਾਰ ਵੀ ਜਦੋਂ ਜ਼ਿਕਰ ਕਰਦੇ ਹਾਂ ਹਮੇਸ਼ਾ ਇਹ ਗੱਲ ਕਰਦੇ ਨੇ ਵੀ ਵੋਟ ਬੈਂਕ ਹੈਗੇ ਨੇ ਜੀ, ਆਹ ਹਿੰਦੂ ਵੋਟ ਬੈਂਕ ਹੈ, ਹਿੰਦੂ ਜਿਹੜਾ ਆਬਾਦੀ ਹੈ ਉਸ ਨੂੰ ਖੁਸ਼ ਕਰਨ ਲਈ ਹਿੰਦੂ ਡਿਪਟੀ ਚੀਫ ਮਿਨਿਸਟਰ ਬਣਾ ਦਿਓ। ਬਹੁਤ ਸੇ ਲੀਡਰ ਖੁਸ਼ ਵੀ ਹੋ ਜਾਂਦੇ ਨੇ, ਦਲਿਤ ਖੁਸ਼ ਹੋ ਜਾਣਗੇ ਜੀ ਕਿਉਂਕਿ ਦਲਿਤਾਂ ਲਈ ਅਸੀਂ ਇੱਕ ਡਿਪਟੀ ਚੀਫ ਮਿਨਿਸਟਰ ਅਨਾਉਂਸ ਕਰਤਾ ਹੈ, ਸਿੱਖ ਖੁਸ਼ ਹੋ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਕੀ ਅਸੀਂ ਤਾਂ ਸਿੱਖ ਮੁੱਖ ਮੰਤਰੀ ਬਣਾਵਾਂਗੇ। ਇਸ ਨੂੰ ਕਹਿਣ ਦੀ ਕੀ ਲੋੜ ਹੈ? ਸਵਾਲ ਇਹ ਵੀ ਪੈਦਾ ਹੁੰਦਾ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਚੀਜ਼ ਐਸੀ ਹੈ, ਕਿਉਂਕਿ ਦੇਖੋ ਪੰਜਾਬ ਦਾ ਜਿਹੜਾ ਇਹ ਸਾਰੀ ਗੱਲਬਾਤ ਹੈ ਇਸ ਨੂੰ ਥੋੜ੍ਹਾ ਜਿਹਾ ਪੰਜਾਬ ਦੇ ਇਤਿਹਾਸ ਦੇ ਵਿੱਚ ਜਾ ਕੇ ਵੇਖਣਾ ਪੈਣਾ ਹੈ। 1947 ਤੇ ਮੈਨੂੰ ਜਾਣਾ ਪੈਣਾ, ਮੈਂ ਚਾਹ ਨਹੀਂ ਰਿਹਾ ਸੀ ਵੀ ਆਪਾਂ ਇੰਨੇ ਬੈਕ ਤੇ ਜਾਈਏ, ਲੇਕਿਨ ਜਾਣਾ ਪਏਗਾ ਕਿਉਂਕਿ ਹੁਣ ਸਮਝਣ ਵਾਲੀ ਗੱਲ ਇਹ ਹੈ ਵੀ 1947 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਤਾਂ ਉਸ ਵਕਤ ਤਿੰਨ ਕਮਿਊਨਿਟੀਜ਼ ਮੁੱਖ ਹੁੰਦੀਆਂ ਨੇ, ਜਿਸ ਦੇ ਵਿੱਚ ਮੁਸਲਿਮ ਲੀਗ ਜੋ ਕਿ ਨੁਮਾਇੰਦਗੀ ਕਰਦੀ ਹੁੰਦੀ ਹੈ ਮੁਸਲਮਾਨਾਂ ਦੀ, ਤੇ ਪਾਕਿਸਤਾਨ ਇੱਕ ਥਿਓਕ੍ਰੈਟਿਕ ਸਟੇਟ ਦੇ ਰੂਪ ਵਿੱਚ ਸਥਾਪਿਤ ਹੋ ਜਾਂਦਾ ਹੈ। ਲੇਕਿਨ ਭਾਰਤ ਜਿਸ ਦੇ ਵਿੱਚ ਕਿ ਹਿੰਦੂ ਬਹੁਗਿਣਤੀ ਹੁੰਦੀ ਹੈ, ਉਸ ਦੇ ਵਿੱਚ ਇੱਕ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਨਾਲ ਭਾਰਤ ਦੇ ਵਿੱਚ ਹਿੰਦੂ ਬਹੁਗਿਣਤੀ ਦੇ ਨਾਲ ਇੱਕ ਸੈਕੂਲਰ ਸਟੇਟ ਬਣਦੀ ਹੈ ਜੋ ਕਿ ਹਿੰਦੂਆਂ ਦੀ ਸਟੇਟ ਕਦੇ ਵੀ ਨਹੀਂ ਕਹੀ ਗਈ ਜਾਂ ਮੰਨੀ ਜਾ ਸਕਦੀ, ਉਸ ਨੂੰ ਮੰਨਿਆ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਦੇਸ਼ ਦਾ ਸੰਵਿਧਾਨ ਹੈ। ਲੇਕਿਨ ਜਿਹੜਾ ਸਿੱਖ ਸਮੁਦਾਇ ਹੁੰਦਾ ਹੈ, ਸਿੱਖ ਸਮਾਜ ਹੁੰਦਾ ਹੈ, ਉਸ ਨੂੰ ਆਪਣੀ ਸਟੇਟ ਦੀ ਇੱਕ ਲੋੜ ਹੁੰਦੀ ਹੈ, ਤਾਂਘ ਹੁੰਦੀ ਹੈ ਤੇ ਉਸ ਦੇ ਨਾਲ ਇੱਕ ਵਾਅਦਾ ਵੀ ਜਵਾਹਰ ਲਾਲ ਨਹਿਰੂ ਵੱਲੋਂ ਉਸ ਵਕਤ ਕੀਤਾ ਜਾਂਦਾ ਹੈ। ਇसी ਵਾਅਦੇ ਦੇ ਚੱਲਦਿਆਂ ਜਾਂ ਕਹਿ ਲਈਏ ਭਰੋਸੇ ਦੇ ਚੱਲਦਿਆਂ ਇਹ ਚੀਜ਼ ਕਹਿਤੀ ਜਾਂਦੀ ਹੈ ਵੀ ਭਾਰਤ ਦੇ ਦਾਇਰੇ ਦੇ ਵਿੱਚ ਰਹਿ ਕੇ ਇੱਕ ਸਿੱਖ ਜਿਹੜੀ ਸਟੇਟ ਹੈ ਉਸ ਨੂੰ ਅਸੀਂ ਮੰਨ ਲਾਂਗੇ। ਇੱਕ ਐਸਾ ਵਾਅਦਾ ਹੁੰਦਾ ਜਿਸ ਨੇ ਕਦੇ ਵੀ ਪੂਰਾ ਨਹੀਂ ਕੀਤਾ ਜਾਣਾ ਹੁੰਦਾ। ਜਿਸ ਤੋਂ ਬਾਅਦ ਕਿ ਦੇਸ਼ ਦੀ ਵੰਡ ਹੁੰਦੀ ਹੈ, ਆਜ਼ਾਦੀ ਤੋਂ ਬਾਅਦ ਪੰਜਾਬ ਦਾ ਜਿਹੜਾ ਹਿੱਸਾ ਹੈ ਉਹ ਭਾਰਤ ਦੇ ਵਿੱਚ ਰਹਿ ਜਾਂਦਾ ਹੈ ਤੇ ਜੇ ਇਹ ਫਾਰਮੂਲਾ ਨਾ ਕੰਮ ਦੇ ਵਿੱਚ ਲਿਆਇਆ ਜਾਂਦਾ ਜਾਂ ਅਪਲਾਈ ਕੀਤਾ ਜਾਂਦਾ ਤਾਂ ਉਸ ਸਥਿਤੀ ਦੇ ਵਿੱਚ ਭਾਰਤ ਦਾ ਜਿਹੜਾ ਬਾਰਡਰ ਸੀ ਉਹ ਕਿਤੇ ਨਾ ਕਿਤੇ ਦਿੱਲੀ ਤੇ ਗੁੜਗਾਉਂ ਦੀ ਸਰਹੱਦ ਉੱਤੇ ਜਾ ਕੇ ਪਾਕਿਸਤਾਨ ਦੇ ਨਾਲ ਲੱਗਣਾ ਸੀ। ਸੋ ਉਸ ਸਥਿਤੀ ਦੇ ਵਿੱਚ ਜਦੋਂ ਸਿੱਖਾਂ ਦਾ ਜੇ ਇੱਕ ਬਹੁਤ ਵੱਡਾ ਵਰਗ ਹੈ ਉਹ ਭਾਰਤ ਦੇ ਵਿੱਚ ਆਪਣੇ ਰਹਿਣ ਦੀ ਜਿਹੜੀ ਸਹਿਮਤੀ ਵੀ ਜਤਾ ਦਿੰਦਾ ਹੈ ਜਾਂ ਫਿਰ ਇਸ ਵਾਅਦੇ ਉੱਤੇ ਵੀ ਉਹਨਾਂ ਦੀ ਇੱਕ ਵੱਖਰੀ ਸਟੇਟ ਕਦੇ ਨਾ ਕਦੇ ਕਾਰਵ ਕੀਤੀ ਜਾਏਗੀ ਭਾਰਤ ਦੇ ਦਾਇਰੇ ਦੇ ਵਿੱਚ ਜਾਂ ਭਾਰਤ ਦੇ ਟੈਰੀਟੋਰੀਅਲ ਦਾਇਰੇ ਦੇ ਵਿੱਚ, ਜੋ ਕਿ ਬਾਅਦ ਦੇ ਵਿੱਚ ਨਹੀਂ ਕੀਤੀ ਜਾਂਦੀ। ਆਉਣ ਵਾਲੇ 20 ਸਾਲਾਂ 1947 ਤੋਂ ਲੈ ਕੇ 1966 ਤੱਕ ਜਦ ਤੱਕ ਪੰਜਾਬ ਦੀ ਰੀਆਰਗੇਨਾਈਜੇਸ਼ਨ ਨਹੀਂ ਹੋ ਜਾਂਦੀ ਤਦੋਂ ਤੱਕ ਧਰਮ ਤੇ ਫਿਰਕੇ ਦੇ ਉੱਤੇ ਆਧਾਰਿਤ ਉਹ ਜਿਹੜੀ ਸਟੇਟ ਬਣਨੀ ਹੁੰਦੀ ਹੈ ਉਸ ਦਾ ਸਰੂਪ ਬਦਲ ਜਾਂਦਾ ਹੈ। ਕਿਤੇ ਨਾ ਕਿਤੇ ਜਵਾਹਰ ਲਾਲ ਨਹਿਰੂ ਵੀ ਆਪਣੇ ਵਾਅਦੇ ਤੋਂ ਪਿੱਛੇ ਹਟਦੇ ਹੈਗੇ ਨੇ, ਉਹਨਾਂ ਵੱਲੋਂ ਬੈਕ ਟਰੈਕਿੰਗ ਕੀਤੀ ਜਾਂਦੀ ਹੈ। ਮਾਸਟਰ ਤਾਰਾ ਸਿੰਘ ਨੂੰ ਜੋ ਉਹਨਾਂ ਨੇ ਵੋਟ ਦਿੱਤਾ ਹੁੰਦਾ ਉਸ ਉੱਤੇ ਉਹ ਖਰੇ ਨਹੀਂ ਉਤਰਦੇ। ਮਾਸਟਰ ਤਾਰਾ ਸਿੰਘ ਨੂੰ ਇਸ ਚੀਜ਼ ਦੀ ਲਾਹਨਤ ਤੇ ਦੁਹਾਈਆਂ ਤਾਉਮਰ ਲੱਗਦੀਆਂ ਰਹੀਆਂ। ਅੱਜ ਵੀ ਜਦੋਂ ਵੀ ਅਸੀਂ ਕੋਈ ਉਹਨਾਂ ਸੰਬੰਧ ਵਿੱਚ ਗੱਲ ਕਰਦੇ ਹਾਂ ਤਾਂ ਲੋਕ ਕਹਿੰਦੇ ਨੇ ਵੀ ਉਹਨਾਂ ਨੇ ਇੱਕ ਘਾਟੇ ਦਾ ਜਿਹੜਾ ਸੌਦਾ ਸੀ ਉਹ ਸਿੱਖ ਸਮਾਜ ਲਈ ਐਕਸੈਪਟ ਕਰ ਲਿਆ ਸੀ ਤੇ ਇੱਕ ਗਲਤੀ ਸੀ ਜੋ ਕਿ ਲੀਡਰ ਨੇ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਨਰੇਸ਼ਨਸ ਵੱਲੋਂ ਇਸ ਨੂੰ ਭੁਗਤਣਾ ਪਿਆ। ਲੇਕਿਨ ਭਾਰਤ ਦੇ ਵਿੱਚ ਜਦੋਂ ਪੂਰੀ ਕਵਾਇਦ ਸ਼ੁਰੂ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਇੱਕ ਪੰਜਾਬੀ ਸੂਬੇ ਦੀ ਗੱਲ ਉੱਠਦੀ ਹੈ, ਉਮੰਗਾਂ ਉੱਠਦੀਆਂ ਨੇ ਤੇ ਉਸ ਤੋਂ ਬਾਅਦ ਪੰਜਾਬ ਬਣਾਇਆ ਜਾਂਦਾ, ਲੇਕਿਨ ਉਸ ਦਾ ਆਧਾਰ ਵੀ ਫਿਰਕਾ ਤੇ ਧਰਮ ਨਹੀਂ ਹੁੰਦਾ। ਉਸ ਦਾ ਆਧਾਰ ਲਿੰਗੁਇਸਟਿਕ ਬੇਸਿਸ ਹੁੰਦਾ, ਯਾਨੀ ਕਿ ਭਾਸ਼ਾ ਹੁੰਦੀ ਹੈ, ਬੋਲੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਇੱਕ ਖੇਤਰੀ ਬੇਸ ਵੀ ਹੁੰਦਾ, ਯਾਨੀ ਕਿ ਰੀਜਨਲ ਐਂਡ ਲਿੰਗੁਇਸਟਿਕ ਫਾਰਮੂਲਾ। ਸੋ ਪੰਜਾਬ ਅੱਜ ਦਾ ਜਿਹੜਾ ਪੰਜਾਬ ਅਸੀਂ ਵੇਖਦੇ ਹਾਂ ਉਹ ਇੱਕ ਲਿੰਗੁਇਸਟਿਕ ਤੇ ਰੀਜਨਲ ਫਾਰਮੂਲੇ ਦੇ ਉੱਤੇ ਬਣਿਆ ਹੋਇਆ ਪੰਜਾਬ ਹੈ, ਨਾ ਕਿ ਕਿਸੇ ਧਰਮ ਜਾਂ ਫਿਰਕੇ ਉੱਤੇ ਬਣਿਆ ਹੋਇਆ ਪੰਜਾਬ। ਇੱਕ ਬਹੁਤ ਮੇਜਰ ਪੁਆਇੰਟ ਹੈ ਜਿਸ ਨੂੰ ਕਿ ਬਹੁਤ ਸਾਰੇ ਲੋਕ ਜਿਹੜੇ ਲੋਕ ਸਮਝਦੇ ਨੇ ਜਾਂ ਜਿਹੜੇ ਲੋਕ ਐਸੀ ਵਿਚਾਰਧਾਰਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜੋ ਅਜੇ ਵੀ ਕਹਿੰਦੇ ਆ ਵੀ ਖਾਲਿਸਤਾਨ ਦੀ ਡਿਮਾਂਡ ਕਰੋ ਜਾਂ ਇੱਕ ਪੰਜਾਬੀ ਇੱਕ ਸਿੱਖ ਸਟੇਟ ਹੋਣੀ ਚਾਹੀਦੀ ਹੈ, ਉਹ ਗੱਲਾਂ ਬਾਤਾਂ ਨਾ ਤਾਂ ਕਦੇ ਪੂਰੀਆਂ ਹੋ ਪਾਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਦੋਂ ਕਿ ਪੰਜਾਬ ਭਾਰਤ ਦਾ ਇੱਕ ਇੰਟੈਗਰਲ ਹਿੱਸਾ ਹੈ, ਉਸ ਵਕਤ ਜਦੋਂ ਕਿ ਲਿੰਗੁਇਸਟਿਕ ਤੇ ਰੀਜਨਲ ਬੇਸਿਸ ਉੱਤੇ ਜਿਹੜੀ ਵੀ ਵੰਡ ਕੀਤੀ ਗਈ ਹੈ ਉਸ ਦੇ ਵਿੱਚ ਬਹੁਤਾਤ ਗਿਣਤੀ ਸਿੱਖਾਂ ਦੀ ਹੀ ਪੰਜਾਬ ਦੇ ਵਿੱਚ ਹੈ। ਉਸ ਹਾਲਾਤ ਦੇ ਵਿੱਚ ਇੱਕ ਸੈਕੂਲਰ ਕਨਸਟੀਟਿਊਸ਼ਨ ਸੰਵਿਧਾਨ ਦੇ ਤਹਿਤ ਜਦੋਂ ਵੀ ਤੁਸੀਂ ਚੋਣਾਂ ਵਿੱਚ ਆਉਂਦੇ ਹੋ ਤੁਹਾਨੂੰ ਇੱਕ ਸੈਕੂਲਰ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹਦੇ ਪ੍ਰਤੀ ਆਪਣੀ ਕਮਿਟਮੈਂਟ ਦੇਣੀ ਪੈਂਦੀ ਹੈ। ਉਹ ਸੈਕੂਲਰਵਾਦ ਕੀ ਹੈ? ਉਹ ਸੈਕੂਲਰਵਾਦ ਸਾਰੇ ਧਰਮਾਂ ਨੂੰ ਬਰਾਬਰ ਵੇਖਣ
ਦੀ ਗੱਲਬਾਤ ਨਹੀਂ ਹੈ। ਇਹ ਆਪਾਂ ਸਮਝ ਲਈ ਵੀ ਲੋਕ, ਬਹੁਤ ਸੇ ਲੋਕ ਕਨਫਿਊਜ਼ ਕਰ ਜਾਂਦੇ ਨੇ ਸੈਕੂਲਰਿਜ਼ਮ ਦੇ ਕਨਸੈਪਟ ਨੂੰ, ਸੈਕੂਲਰਵਾਦ ਨੂੰ, ਇਹ ਸਮਝ ਕੇ ਵੀ ਸਾਰੇ ਧਰਮਾਂ ਨੂੰ ਬਰਾਬਰ ਨਜ਼ਰ ਨਾਲ ਦੇਖੋ। ਸੈਕੂਲਰਵਾਦ ਦਾ ਜਿਹੜਾ ਮਤਲਬ ਤੇ ਉਹਦੀ ਜਿਹੜੀ ਪਰਿਭਾਸ਼ਾ ਹੈ ਉਹ ਡਿਫਰੈਂਟ ਹੈ, ਸੰਵਿਧਾਨ ਦੇ ਪੱਖੋਂ ਵੀ ਤੇ ਲਿਟਰਲ ਪੱਖੋਂ ਵੀ। ਹਾਲਾਂਕਿ ਭਾਰਤ ਦੇ ਸੰਦਰਭ ਦੇ ਵਿੱਚ ਜਾਂ ਭਾਰਤ ਦੇ ਕੰਟੈਕਸਟ ਦੇ ਵਿੱਚ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਵੇਖੀਏ, ਸਭ ਨਾਲ ਇੱਕ ਬਰਾਬਰ ਆਪਣਾ ਵਤੀਰਾ ਜਿਹੜਾ ਹੈ ਉਹ ਹੋਵੇ, ਉਹ ਗੱਲਾਂ ਬਾਤਾਂ ਮੋਟੇ-ਮੋਟੇ ਤੌਰ ਤੇ ਕਹੀਆਂ ਜਾਂਦੀਆਂ ਨੇ। ਲੇਕਿਨ ਜਿਹੜਾ ਸੈਕੂਲਰਵਾਦ ਦਾ ਕਨਸੈਪਟ ਹੈ ਉਹ ਧਰਮ ਰਹਿਤ ਹੋ ਕੇ ਕੰਮ ਕਰਨ ਦੀ ਗੱਲਬਾਤ ਹੈ। ਇੱਕ ਸਟੇਟ ਨੇ ਜਦੋਂ ਫੰਕਸ਼ਨ ਕਰਨਾ ਹੈ ਤਾਂ ਉਸਨੇ ਧਰਮ ਰਹਿਤ ਹੋ ਕੇ ਗੱਲਬਾਤ ਕਰਨੀ ਹੈ। ਆਪਣੇ ਜਿਹੜੇ ਦਿਨ ਡੇ ਟੂ ਡੇ ਜਿਹੜੀ ਐਕਟੀਵਿਟੀਜ਼ ਹੁੰਦੀ ਹੈ ਜਾਂ ਆਪਣੀ ਗਵਰਨੈਂਸ ਦਾ ਕੰਮ ਹੈ, ਆਪਣੀ ਮੈਨੇਜਮੈਂਟ ਦਾ ਕੰਮ ਹੈ, ਉਹਦੇ ਵਿੱਚ ਧਰਮ ਜਿਹੜਾ ਹੈ ਜਾਂ ਫਿਰਕਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਾਹਮਣੇ ਆਉਣਾ ਨਹੀਂ ਚਾਹੀਦਾ। ਉਹ ਇੱਕ ਬਹੁਤ ਹੀ ਇੱਕ ਸੈਕੂਲਰ ਫਾਰਮ ਦੇ ਵਿੱਚ ਹੋਣਾ ਚਾਹੀਦਾ ਜਿਸ ਦੀ ਕੋਈ ਫਿਰਕੂ ਰੰਗਤ ਨਾ ਹੋਵੇ। ਲੇਕਿਨ ਹੋ ਕੀ ਰਿਹਾ, ਹੋ ਤਾਂ ਬਿਲਕੁਲ ਉਲਟ ਰਿਹਾ ਹੈ। ਅਸੀਂ ਉਲਟਾ ਵੋਟ ਬੈਂਕਾਂ ਨੂੰ ਸਾਧਣ ਦੇ ਚੱਕਰਾਂ ਦੇ ਵਿੱਚ ਉਹਨਾਂ ਸਿਆਸੀ ਜਮਾਤਾਂ ਨੂੰ ਖੁੱਲ੍ਹ ਕੇ ਐਡੇ ਵੱਡੇ ਸਮਾਗਮ, ਜਿਹੜਾ ਅਕਾਲੀ ਦਲ ਨੇ ਹੁਣੀ ਰੀਸੈਂਟਲੀ ਸਮਾਗਮ ਕੀਤਾ, ਐਡੇ ਵੱਡੇ ਪੱਧਰ ਤੇ ਹਿੰਦੂ ਭਾਈਚਾਰੇ ਵੱਲੋਂ ਇੱਕ ਵੈਲਕਮ ਕੀਤਾ ਗਿਆ ਜੀ। ਇਸੇ ਤਰੀਕੇ ਦੇ ਹੋਰ ਵੀ ਸਮਾਗਮ ਪਾਰਟੀਆਂ ਵੱਲੋਂ ਹੋਣਗੇ, ਹੁੰਦੇ ਰਹਿਣਗੇ। ਲੇਕਿਨ ਅਸੀਂ ਉਸ ਚੀਜ਼ ਨੂੰ, ਜਿਹੜੀ ਚੀਜ਼ ਸਾਡਾ ਸੰਵਿਧਾਨ ਅਲਾਉ ਨਹੀਂ ਕਰ ਰਿਹਾ, ਜੋ ਈਵਨ ਸਾਡੇ ਧਰਮਾਂ ਦੇ ਵਿੱਚ ਉਹ ਚੀਜ਼ਾਂ ਤੋਂ ਕਿਨਾਰਾ ਕਰਨ ਦੀ ਗੱਲਬਾਤ ਹੈ, ਜ਼ਾਤ ਪਾਤ ਫਿਰਕੂ ਇਸ ਤਰੀਕੇ ਦੇ ਜਿਹੜੇ ਵਖਰੇਵੇਂ ਹੈਗੇ ਨੇ ਉਹਨਾਂ ਤੋਂ ਉੱਠਣ ਦੀ ਗੱਲਬਾਤ ਹੈ, ਉਹਨਾਂ ਤੋਂ ਉੱਭਰ ਕੇ ਨਿਕਲਣ ਦੀ ਗੱਲਬਾਤ ਹੈ। ਉਹ ਸਾਰੀ ਚੀਜ਼ਾਂ ਨੂੰ ਦਰਕਿਨਾਰ ਕਰਕੇ ਅਸੀਂ ਉਹੀ ਫਿਰਕੂ ਚਸ਼ਮੇ ਲਾ ਕੇ ਆਪਣੀ ਅੱਖਾਂ ਤੇ ਆਪਣੀ ਸਿਆਸੀ ਮੁਫਾਦਾਂ ਨੂੰ ਦੇਖ ਵੀ ਰਹੇ ਹਾਂ, ਉਹਨਾਂ ਨੂੰ ਸਾਧਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਬਹੁਤ ਹੀ ਇੱਕ ਮੰਦਭਾਗੀ ਸਥਿਤੀ ਹੈ। ਸੋ ਪੰਜਾਬ ਦਾ ਸੂਬਾ ਹੈ, ਪੰਜਾਬ ਦੀ ਜਿਹੜੀ ਸਟੇਟ ਹੈ ਉਹ ਅੱਜ ਇੱਕ ਲਿੰਗੁਇਸਟਿਕ ਭਾਸ਼ਾ ਅਤੇ ਖੇਤਰ ਦੇ ਆਧਾਰ ਉੱਤੇ ਬਣੀ ਹੋਈ ਸਟੇਟ ਹੈ, ਜੋ ਕਿ ਇੱਕ ਫਿਰਕੂ ਵਿਸ਼ੇਸ਼ ਦੇ ਨਾਲ ਨਾ ਤਾਂ ਉਨੀ ਰਿਆਇਤ ਕਰ ਸਕਦੀ ਹੈ ਤੇ ਨਾ ਹੀ ਉਸ ਦੇ ਪ੍ਰਤੀ ਕੋਈ ਵਿਤਕਰਾ ਕਰ ਸਕਦੀ ਹੈ। ਸੋ ਇਹ ਚੀਜ਼ਾਂ ਹਰ ਫਿਰਕੇ ਤੇ ਅਪਲਾਈ ਹੁੰਦੀਆਂ ਨੇ, ਚਾਹੇ ਉਹ ਫਿਰ ਉਹ ਹਿੰਦੂ ਫਿਰਕਾ ਹੋਵੇ, ਚਾਹੇ ਉਹ ਫਿਰ ਉਹ ਦਲਿਤ ਭਾਈਚਾਰਾ ਹੋਵੇ, ਚਾਹੇ ਉਹ ਫਿਰ ਸਿੱਖੀਜ਼ਮ ਹੋਵੇ। ਇਹ ਬਹੁਤ ਇੱਕ ਸੈਂਸਿਟਿਵ ਸਬਜੈਕਟ ਹੈ, ਇੱਕ ਬਹੁਤ ਇੱਕ ਸੈਂਸਿਟਿਵ ਗੱਲਬਾਤ ਹੈ। ਲੇਕਿਨ ਜਿਹੜੀਆਂ ਪਾਰਟੀਆਂ ਵੱਧ ਚੜ੍ਹ ਕੇ ਇਹੋ ਜਿਹੇ ਐਲਾਨ ਕਰਦੀਆਂ ਨੇ ਮੰਚਾਂ ਤੋਂ, ਆਮ ਆਦਮੀ ਪਾਰਟੀ ਜਿਹੜੀ ਕਿ ਪੋਲੀਟੀਕਲ ਮੈਚੁਰਿਟੀ ਬਹੁਤ ਘੱਟ ਪੱਧਰ ਦੀ ਹੈ, ਉਹਦੇ ਜਿਹੜੇ ਪੋਲੀਟੀਕਲ ਲੀਡਰ, ਜਿਹੜੇ ਸਲਾਹਕਾਰ, ਅਰਵਿੰਦ ਕੇਜਰੀਵਾਲ ਵਰਗੇ ਜਿਹੜੇ ਬਹੁਤ ਹੀ ਨਵੇਂ ਤੱਤੇ ਬਣੇ ਲੀਡਰ ਹੈਗੇ ਨੇ, ਅਨਫੋਰਚੂਨੇਟ ਬਿਟ ਇਹ ਹੈ ਵੀ ਉਹਨਾਂ ਨੂੰ ਇਹ ਗੱਲਾਂ ਕਹਿਣ ਤੋਂ ਪਹਿਲਾਂ ਕੋਈ ਵੀ ਅਕਲਮੰਦ ਆਦਮੀ ਇਸ ਚੀਜ਼ ਦੀ ਸਲਾਹ ਨਹੀਂ ਦਿੰਦਾ ਵੀ ਜੇ ਤੁਸੀਂ ਕਿਸੇ ਮੁੱਖ ਮੰਤਰੀ ਨੂੰ ਕਿਸੇ ਭਾਈਚਾਰੇ ਵਿਸ਼ੇਸ਼ ਦੇ ਵਿੱਚੋਂ ਥਾਪਣਾ ਹੀ ਹੈ ਤਾਂ ਉਸ ਚੀਜ਼ ਨੂੰ ਇਸ ਤਰੀਕੇ ਨਾਲ ਬਿਆਨ ਕਰਨ ਦੀ ਕਦੇ ਵੀ ਲੋੜ ਨਹੀਂ ਹੈ, ਕਿਉਂਕਿ ਨਾ ਤਾਂ ਸੰਵਿਧਾਨ ਅਲਾਉ ਕਰਦਾ ਹੈ, ਨਾ ਇਹ ਕਾਨੂੰਨ ਅਲਾਉ ਕਰਦਾ ਹੈ ਤੇ ਨਾ ਹੀ ਇਹ ਗਾਰੰਟੀ ਹੈ ਵੀ ਉਸ ਫਿਰਕੇ ਜਾਂ ਉਸ ਸਮੁਦਾਇ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਭਲਾ ਤੁਸੀਂ ਕਰ ਦੋਗੇ। ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਜੇ ਕੋਈ ਵੀ ਗਾਰੰਟੀ ਦਿੱਤੀ ਜਾ ਸਕਦੀ ਹੈ ਵੀ ਇੱਕ ਹਿੰਦੂ ਡਿਪਟੀ ਚੀਫ ਮਿਨਿਸਟਰ ਤੇ ਇੱਕ ਦਲਿਤ ਡਿਪਟੀ ਚੀਫ ਮਿਨਿਸਟਰ ਪੰਜਾਬ ਦੇ ਵਿੱਚ ਦਲਿਤਾਂ ਤੇ ਹਿੰਦੂਆਂ ਦਾ ਬਹੁਤ ਹੀ ਜ਼ਿਆਦਾ ਉਧਾਰ ਕਰ ਦੇਗਾ, ਜਾਂ ਫਿਰ ਇੱਕ ਸਿੱਖ ਮੁੱਖ ਮੰਤਰੀ ਉਧਾਰ ਕਰ ਦੇਗਾ, ਤਾਂ ਉਹਦੀਆਂ ਐਸੀਆਂ ਮਿਸਾਲਾਂ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹਾਂ। ਥੋੜ੍ਹੀ ਜਿਹੀ ਗੱਲ ਕੌਮੀ ਸੰਦਰਭ ਦੇ ਵਿੱਚ ਵੀ ਕਰ ਲਈਏ, ਭਾਰਤ ਦੇਸ਼ ਦੀ ਗੱਲ ਵੀ ਹੋ ਜਾਏ, ਜਿੱਥੇ ਕਿ ਅੱਜ ਨਰਿੰਦਰ ਮੋਦੀ ਹੈ, ਇਹ ਕਿਹਾ ਜਾ ਰਿਹਾ ਵੀ ਹਿੰਦੂਵਾਦੀ ਜਿਹੜੀਆਂ ਤਾਕਤਾਂ ਹੈਗੀਆਂ ਨੇ ਉਹਨਾਂ ਨੇ ਦੇਸ਼ ਨੂੰ ਆਪਣੇ ਗਲਵੇ ਦੇ ਵਿੱਚ ਲੈ ਲਿਆ। ਇਹਦੇ ਵਿੱਚ ਕੋਈ ਦੋਰਾਵਾਂ ਮੈਨੂੰ ਨਜ਼ਰ ਨਹੀਂ ਆਉਂਦੀਆਂ, ਬਿਲਕੁਲ ਇਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਫੈਕਟ ਆਫ ਦਾ ਮੈਟਰ ਹੈ ਵੀ ਜੇ ਇਹੀ ਫਾਰਮੂਲਾ ਭਾਰਤ ਦੇ ਸੰਦਰਭ ਦੇ ਵਿੱਚ ਲਾਗੂ ਹੋ ਜਾਂਦਾ, ਜੋ ਪੰਜਾਬ ਦੇ ਇਹ ਲੀਡਰ, ਇਹ ਨਵੀਆਂ ਪਾਰਟੀਆਂ ਜਾਂ ਨਵੇਂ ਲੀਡਰ ਜਾਂ ਇਹਨਾਂ ਦੀ ਨਵੀਂ ਜਿਹੜੀ ਨਵੇਂ ਲੀਡਰ ਵੀ ਪੁਰਾਣੇ ਹੈਗੇ ਨੇ, ਪਾਰਟੀਆਂ ਵੀ ਪੁਰਾਣੀਆਂ ਹੈਗੀਆਂ ਨੇ, ਲੇਕਿਨ ਇਹਨਾਂ ਦੇ ਨਵੀਂ ਕਾਢਾਂ ਜਿਹੜੀਆਂ ਹਰ 5 ਸਾਲ ਬਾਅਦ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਕੱਢਦੇ ਹੈਗੇ ਨੇ, ਜੇ ਉਹੀ ਫਾਰਮੂਲਾ ਅਸੀਂ ਨੈਸ਼ਨਲ ਪੱਧਰ ਉੱਤੇ ਫਿੱਟ ਕਰ ਦਈਏ, ਨਰਿੰਦਰ ਮੋਦੀ ਜਾਂ ਦੇਸ਼ ਦੀ ਕਿਸੇ ਵੀ ਵੱਡੀ ਕੌਮੀ ਪਾਰਟੀ ਉੱਤੇ ਫਿੱਟ ਕਰ ਦਈਏ, ਤਾਂ ਉਸ ਹਾਲਾਤ ਦੇ ਵਿੱਚ ਫਿਰ ਸਰਦਾਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਕਦੀ ਨਹੀਂ ਬਣ ਸਕਦੇ। ਹੁਣ ਸਰਦਾਰ ਮਨਮੋਹਨ ਸਿੰਘ ਕਿਹੜੇ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਬਣੇ, ਕਿ ਕੋਈ ਮਜਬੂਰੀ ਸੀ ਕਾਂਗਰਸ ਦੀ ਉਹਨਾਂ ਨੂੰ ਬਣਾਇਆ ਗਿਆ, ਨਹੀਂ ਬਣਾਇਆ ਗਿਆ, ਲੇਕਿਨ ਇਹ ਫੈਕਟ ਹੈ ਕਿ ਸਰਦਾਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤੇ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆਂ ਦੇਸ਼ ਲਈ ਬਹੁਤ ਕੰਮ ਕੀਤੇ, ਬਹੁਤ ਸੀ ਯੋਜਨਾਵਾਂ, ਬਹੁਤ ਸੀ ਨੀਤੀਆਂ ਲੈ ਕੇ ਆਏ ਤੇ ਬਹੁਤ ਕੰਮ ਕੀਤਾ। ਅੱਜ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ। ਸੋ ਜੇ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਰਹਿ ਸਕਦਾ ਹੈ ਤੇ ਫਿਰ ਉਹ ਦੇਸ਼ ਜੇ ਸੈਕੂਲਰਵਾਦ ਜਾਂ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਨਾਲ ਨਾ ਅੱਗੇ ਵਧੇ, ਨਾ ਅੱਗੇ ਚੱਲੇ, ਤਾਂ ਉਸ ਹਾਲਾਤ ਦੇ ਵਿੱਚ ਫਿਰ ਉਸ ਦਾ ਕੀ ਹੋ ਸਕਦਾ ਹੈ, ਭਵਿੱਖ ਕੀ ਹੋ ਸਕਦਾ ਜੇ ਹਿੰਦੂ ਤੇ ਫੈਸ਼ਿਸਟ ਜਿਹੜੀਆਂ ਤਾਕਤਾਂ ਹੈ, ਹਿੰਦੂਵਾਦ ਦਾ ਅੱਜ ਬਹੁਤ ਵੱਡੀ ਦੁਹਾਈ ਪਿਛਲੇ ਕਰੀਬਨ 8-9 ਸਾਲਾਂ ਤੋਂ ਦਿੱਤੀ ਜਾ ਰਹੀ, ਜਦ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਣ ਚੁੱਕੀ ਹੈ। ਲੇਕਿਨ ਸਵਾਲ ਹੀ ਪੈਦਾ ਹੁੰਦਾ ਵੀ ਜੇ ਇਸ ਤਰੀਕੇ ਦੀਆਂ ਤਾਕਤਾਂ ਹਾਵੀ ਹੋਣਗੀਆਂ ਤੇ ਦੇਸ਼ ਦੇ ਵਿੱਚ ਅਸੀਂ ਇਹ ਅਸਿਊਮ ਕਰਕੇ ਚੱਲੀਏ ਵੀ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਤੇ ਕਦੇ ਕੋਈ ਸਿੱਖ ਨਹੀਂ ਬੈਠ ਪਾਏਗਾ, ਕਦੇ ਕੋਈ ਮੁਸਲਮਾਨ ਨਹੀਂ ਬੈਠ ਪਾਏਗਾ, ਤਾਂ ਫਿਰ ਉਸ ਹਾਲਾਤ ਦੇ ਵਿੱਚ ਉਸ ਦੇਸ਼ ਤੇ ਉਸ ਸੱਭਿਅਤਾ ਦਾ ਕੀ ਬਣਨਾ ਹੈ। ਸੋ ਇਹੀ ਚੀਜ਼ ਪੰਜਾਬ ਉੱਤੇ ਵੀ ਲਾਗੂ ਹੁੰਦੀ ਹੈ, ਕਿਉਂਕਿ ਠੀਕ ਗੱਲ ਹੈ, ਹਾਲਾਂਕਿ ਪੰਜਾਬ ਤੇ ਦੇਸ਼ ਨੂੰ ਕੰਪੈਰੀਜ਼ਨ ਥੋੜ੍ਹਾ ਜਿਹਾ ਵੱਖਰਾ ਹੈ, ਕਿਉਂਕਿ ਰੀਜਨਲ ਤੇ ਇੱਕ ਲਿੰਗੁਇਸਟਿਕ ਫਾਰਮੂਲੇ ਦੇ ਉੱਤੇ ਬਣਿਆ ਹੋਇਆ ਪੰਜਾਬ ਉਹ ਇੱਕ ਫਰਸਟ੍ਰੇਟਿਡ ਤੇ ਇੱਕ ਫੇਲਡ ਮਾਡਲ ਸੀ, ਜੋ ਕਿ ਬੇਸਿਕਲੀ ਜਿਸ ਦੀ ਕਲਪਨਾ ਪਹਿਲਾਂ ਕੀਤੀ ਗਈ ਸੀ ਦੇਸ਼ ਦੀ ਵੰਡ ਦੇ ਮੌਕੇ, ਕਿਉਂਕਿ ਇਸਨੇ ਇੱਕ ਸਿੱਖ ਸਟੇਟ ਜਾਂ ਇੱਕ ਸਿੱਖ ਬਹੁਤਾਤ ਵਾਲੀ ਸਟੇਟ ਹੋਣਾ ਸੀ ਤੇ ਇਸ ਦੇ ਵਿੱਚ ਉਸੇ ਤਰੀਕੇ ਦੀ ਇੱਕ ਤਰਤੀਬ ਲਾਗੂ ਹੋਣੀ ਸੀ, ਜੋ ਕਿ ਇੱਕ ਵੱਖਰੀ ਸੋਵਰਨ ਸਟੇਟ ਤੋਂ ਥੋੜ੍ਹੀ ਜਿਹੀ ਅਲੱਗ ਹੁੰਦੀ, ਲੇਕਿਨ ਹੁੰਦੀ ਉਹ ਇੱਕ ਮੁੱਢਲੇ ਤੌਰ ਤੇ, ਮੋਟੇ ਤੌਰ ਤੇ ਉਹ ਸਿੱਖ ਸਟੇਟ ਹੀ। ਲੇਕਿਨ ਇਹ ਫੈਕਟ ਹੈ ਕਿ ਅੱਜ ਉਹ ਸਥਿਤੀ ਨਹੀਂ ਹੈ
ਪੰਜਾਬ ਦੇ ਵਿੱਚ 39% ਜਿਹੜੀ ਆਬਾਦੀ ਹਿੰਦੂਆਂ ਦੀ ਦੱਸੀ ਜਾਂਦੀ ਹੈ। ਦਲਿਤ ਭਾਈਚਾਰੇ ਦੇ ਵੀ ਤਕਰੀਬਨ 31% ਲੋਕ ਹੈਗੇ ਨੇ। ਹਿੰਦੂ ਤੇ ਸਿੱਖ ਦੋਵੇਂ ਦਲਿਤ ਵੀ ਹੈਗੇ ਨੇ। ਇਸੇ ਤਰੀਕੇ ਨਾਲ ਹੋਰ ਵੀ ਜਿਹੜੇ ਬੈਕਵਰਡ ਕਲਾਸਿਸ ਦੇ ਵਿੱਚ ਲੋਕ ਹਿੰਦੂਆਂ ਦੇ ਵਿੱਚੋਂ ਤੇ ਸਿੱਖਾਂ ਦੇ ਵਿੱਚੋਂ ਵੀ ਆਉਂਦੇ ਹੈਗੇ ਨੇ, ਈਸਾਈਆਂ ਦੇ ਵਿੱਚੋਂ ਵੀ ਆਉਂਦੇ ਹੈਗੇ ਨੇ। ਤਾਂ ਸਾਰੀਆਂ ਗੱਲਾਂ ਬਾਤਾਂ ਜਦੋਂ ਵਿੱਚ ਨੇ, ਉਹਨਾਂ ਹਾਲਾਤਾਂ ਦੇ ਵਿੱਚ ਇਸ ਤਰੀਕੇ ਦੇ ਫਿਰਕੂ ਜਿਹੜੇ ਰਾਗ ਹੈਗੇ ਨੇ ਉਹਨਾਂ ਨੂੰ ਅਲਾਪਣ ਦੀ ਲੋੜ ਸਿਆਸੀ ਪਾਰਟੀਆਂ ਨੂੰ ਤਾਂ ਜ਼ਰੂਰ ਹੋ ਸਕਦੀ ਹੈ ਚੋਣਾਂ ਤੋਂ ਪਹਿਲਾਂ, ਲੇਕਿਨ ਸਾਡੇ ਤੇ ਤੁਹਾਡੇ ਵਰਗੇ ਲੋਕਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਇਹ ਬਿਲਕੁਲ ਗੈਰ ਸੰਵਿਧਾਨਿਕ ਹੈ, ਇਹ ਗੈਰ ਕਾਨੂੰਨੀ ਵੀ ਕਾਫੀ ਹੱਦ ਤੱਕ ਇਸ ਨੂੰ ਮੰਨਿਆ ਜਾ ਸਕਦਾ ਹੈ। ਤੇ ਇਹ ਉਹ ਚੀਜ਼ਾਂ ਹੈਗੀਆਂ ਨੇ ਜੋ ਕਿ ਸਾਨੂੰ ਬੇਵਕੂਫ ਬਣਾਉਣ ਲਈ ਵਰਤੀਆਂ ਜਾ ਰਹੀਆਂ। ਨਾ ਤਾਂ ਕਿਸੇ ਦਲਿਤ ਉਪ ਮੁੱਖ ਮੰਤਰੀ ਨੇ ਦਲਿਤ ਬਿਰਾਦਰੀ ਦਾ ਭਲਾ ਕਰ ਦੇਣਾ, ਨਾ ਹੀ ਕਿਸੇ ਹਿੰਦੂ ਡਿਪਟੀ ਚੀਫ ਮਿਨਿਸਟਰ ਨੇ ਹਿੰਦੂਆਂ ਦਾ ਪੰਜਾਬ ਦੇ ਵਿੱਚ ਭਲਾ ਕਰ ਦੇਣਾ ਹੈ। ਸਿੱਖਾਂ ਦਾ ਭਲਾ ਇੱਕ ਚੀਫ ਮਿਨਿਸਟਰ ਕਿੰਨਾ ਕਰੇਗਾ, ਉਸ ਚੀਜ਼ ਦਾ ਮੈਂ ਤੁਹਾਨੂੰ ਪੂਰਾ ਇੱਕ ਵਿਸਤਾਰ ਦੇ ਚੁੱਕਾ ਹਾਂ। ਪਿਛਲੇ ਕਰੀਬਨ ਜੇ 10 ਆਪਾਂ ਮੁੱਖ ਮੰਤਰੀ ਪੰਜਾਬ ਦੇ ਕੱਢ ਕੇ ਵੇਖ ਲਏ, ਜਿਹੜੇ ਸਾਰੇ ਦੇ ਸਾਰੇ ਸਿੱਖ ਸੀ, ਜੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਹੁੰਦੇ ਤਾਂ ਪੰਜਾਬ ਦੇ ਵਿੱਚ ਅੱਜ ਇਹ ਹਾਲਾਤ ਨਾ ਹੁੰਦੇ ਵੀ ਅੱਜ ਇੱਥੋਂ ਹਰ ਸਾਲ ਉੱਡ ਕੇ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਦੇ ਵਿੱਚ, ਨੌਜਵਾਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ। ਸੋ ਇਹ ਜਿਹੜਾ ਪਲਾਇਨ ਹੈ ਇਹ ਕਿਉਂ ਹੋ ਰਿਹਾ ਹੈ? ਕਿ ਇਹ ਉਹੀ ਲੀਡਰਸ਼ਿਪ ਹੈ ਜਿਸ ਨੂੰ ਅਸੀਂ ਇੱਕ ਫਿਰਕੇ ਦੇ ਨਾਲ ਜੋੜ ਕੇ ਵੇਖਦੇ ਹਾਂ, ਫਿਰ ਇਹ ਸਮਝਦੇ ਹਾਂ ਕਿ ਇਹ ਲੋਕ ਹੀ ਸਾਡਾ ਭਲਾ ਕਰਨਗੇ। ਕਿ ਇੱਕ ਗਾਰੰਟੀ ਦਿੱਤੀ ਜਾ ਸਕਦੀ ਹੈ ਕਿ ਕਿਸੇ ਫਿਰਕੇ ਵਿਸ਼ੇਸ਼ ਦਾ ਹੀ ਇੱਕ ਜਿਹੜਾ ਲੀਡਰ ਹੋਏਗਾ ਉਹੀ ਡੁੱਬਦੀ ਹੋਈ ਨਈਆ ਕਿਸੇ ਸੂਬੇ ਦੀ ਪਾਰ ਲਗਾ ਸਕਦਾ ਹੈ? ਇਸ ਚੀਜ਼ ਦੀ ਗਾਰੰਟੀ ਨਾ ਸੀ, ਨਾ ਹੈ, ਨਾ ਕਦੇ ਹੋਣੀ ਹੈ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਕਿ ਨਿਕਲ ਕੇ ਇਸ ਪੂਰੇ ਡਿਸਕੋਰਸ ਦੇ ਵਿੱਚੋਂ ਆਉਂਦੀ ਹੈ ਉਹ ਇਹ ਜ਼ਰੂਰ ਹੈ ਵੀ ਯੋਗਤਾ ਇੱਕ ਬਹੁਤ ਇੰਪੋਰਟੈਂਟ ਫੈਕਟ ਹੈ। ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਦੇ ਵਿੱਚ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਵੀ ਅਸੀਂ ਕੋਈ ਅਹਿਮ ਅਹੁਦੇ ਉੱਤੇ ਕਿਸੇ ਵੀ ਸ਼ਖਸ ਨੂੰ ਬਿਠਾਉਂਦੇ ਹਾਂ, ਚਾਹੇ ਉਹ ਮੁੱਖ ਮੰਤਰੀ ਹੋਵੇ, ਚਾਹੇ ਕਿਸੇ ਪਾਰਟੀ ਦਾ ਪ੍ਰਧਾਨ ਹੋਵੇ, ਉਹਦੀ ਯੋਗਤਾ ਤੇ ਮੈਰਿਟ ਬਹੁਤ ਇੰਪੋਰਟੈਂਟ ਐਸਪੈਕਟ ਹੈ। ਉਹ ਇੱਕ ਬਹੁਤ ਵੱਡੀ ਚੀਜ਼ ਤੇ ਬਹੁਤ ਵੱਡਾ ਇੱਕ ਫੈਕਟਰ ਹੋਣਾ ਚਾਹੀਦਾ ਜਿਸ ਨੂੰ ਕਿ ਬਹੁਤ ਧਿਆਨ ਨਾਲ ਘੋਖਿਆ ਜਾਣਾ ਚਾਹੀਦਾ ਹੈ। ਕਿਉਂਕਿ ਜੇ ਯੋਗਤਾ ਵਾਲੇ ਲੋਕ ਚੰਗੀਆਂ ਉੱਚੇ ਅਹੁਦਿਆਂ ਤੇ ਨਹੀਂ ਬੈਠਣਗੇ ਤੇ ਅਸੀਂ ਇਸੇ ਤਰੀਕੇ ਨਾਲ ਫਿਰਕਿਆਂ ਦੇ ਕੰਪਾਰਟਮੈਂਟਾਂ ਦੇ ਵਿੱਚ ਵੰਡ ਕੇ ਚੀਜ਼ਾਂ ਦੀ ਜਿਹੜੀ ਵੰਡ ਕਰੀ ਜਾਵਾਂਗੇ, ਅਹੁਦਿਆਂ ਦੀ, ਕੁਰਸੀਆਂ ਦੀ, ਵੱਡੀ ਜ਼ਿੰਮੇਵਾਰੀਆਂ ਨੂੰ, ਅਸੀਂ ਹਰ ਚੀਜ਼ ਨੂੰ ਫਿਰਕੂ ਚਸ਼ਮੇ ਨਾਲ ਵੇਖਣ ਦੀ ਤੇ ਹਰ ਚੀਜ਼ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ। ਹਰ ਆਪਣਾ ਜਿਹੜਾ ਕਮਿਊਨਿਟੀ ਹੈ ਉਸ ਨੂੰ ਅਸੀਂ ਖੁਸ਼ ਕਰਨਾ ਚਾਹ ਰਹੇ ਹਾਂ। ਸਭ ਨੂੰ ਇੱਕ ਟਾਈਮ ਤੇ ਖੁਸ਼ ਨਹੀਂ ਕੀਤਾ ਜਾ ਸਕਦਾ। ਜੇ ਇੱਕ ਸਿੱਖ ਮੁੱਖ ਮੰਤਰੀ ਪੰਜਾਬ ਲਈ ਇੱਕ ਵਧੀਆ ਮੁੱਖ ਮੰਤਰੀ ਹੋਏਗਾ ਤਾਂ ਉਸ ਨੂੰ ਲੀਡ ਕਰਨਾ ਚਾਹੀਦਾ ਹੈ, ਉਸ ਨੂੰ ਮੁੱਖ ਮੰਤਰੀ ਬਣਨਾ ਚਾਹੀਦਾ। ਉਹਦੇ ਵਿੱਚ ਫਿਰ ਸਾਨੂੰ ਹਿੰਦੂ ਡਿਪਟੀ ਚੀਫ ਮਿਨਿਸਟਰ ਜਾਂ ਦਲਿਤ ਡਿਪਟੀ ਚੀਫ ਮਿਨਿਸਟਰ ਬਣਾਉਣ ਦੀ ਕੀ ਲੋੜ ਹੈ, ਕੀ ਗੁੰਜਾਇਸ਼ ਹੈ? ਜਸਟ ਕਿ ਅਸੀਂ ਕੁਝ ਚੀਜ਼ਾਂ, ਕੁਝ ਇਕੁਏਸ਼ਨਸ ਨੂੰ ਬੈਲੈਂਸ ਕਰ ਰਹੇ ਹਾਂ, ਤੱਕੜੀ ਦੇ ਵਿੱਚ ਤੋਲ ਰਹੇ ਹਾਂ, ਕੁਝ ਚੀਜ਼ਾਂ ਚੱਕ ਕੇ ਅੰਦਰੋਂ ਬਾਹਰ ਰੱਖਤੀਆਂ, ਬਾਹਰੋਂ ਅੰਦਰ ਰੱਖਤੀਆਂ, ਤਾਂ ਕਿ ਇੱਕ ਸਾਡਾ ਬੈਲੈਂਸ ਜਿਹਾ ਬਣਿਆ ਰਹੇ। ਇਹ ਬੈਲੈਂਸ ਐਵੇਂ ਨਹੀਂ ਬਣਦੇ ਹੁੰਦੇ। ਬੈਲੈਂਸ ਤਾਂ ਆਲਰੇਡੀ ਪੰਜਾਬ ਦਾ ਇਸ ਵਕਤ ਹਿੱਲਿਆ ਹੋਇਆ ਹੈ। ਪੂਰੀ ਤਰ੍ਹਾਂ ਪੰਜਾਬ ਦਾ ਬੈਲੈਂਸ ਹਿੱਲ ਚੁੱਕਾ ਹੈ, ਹਰ ਪੱਖੋਂ ਹਿੱਲ ਚੁੱਕਾ ਹੈ। ਵਾਤਾਵਰਣ ਦੇ ਪੱਖੋਂ ਹਿੱਲ ਚੁੱਕਾ ਹੈ, ਸਮਾਜਿਕ ਸਦਭਾਵ ਦੇ ਪੱਖੋਂ ਹਿੱਲ ਚੁੱਕਾ ਹੈ, ਇੱਕ ਨੌਜਵਾਨੀ ਦੇ ਵਿੱਚ ਜਿਹੜੀ ਫਰਸਟ੍ਰੇਸ਼ਨ ਹੈ ਉਸ ਦੇ ਪੱਖੋਂ ਹਿੱਲ ਚੁੱਕਾ ਹੈ। ਸੋ ਜਦੋਂ ਇੰਨੇ ਬੈਲੈਂਸ ਪੂਰੇ ਸੂਬੇ ਦੇ ਹਿੱਲੇ ਹੋਏ ਨੇ ਤਾਂ ਇਹ ਲੀਡਰ ਫਿਰਕੂ ਜਿਹੜੇ ਫਾਰਮੂਲੇ ਪਾ ਕੇ ਕਿਹੜਾ ਬੈਲੈਂਸ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹ ਇੱਕ ਬਹੁਤ ਹੀ ਵੱਡੀ ਤਰਾਸਦੀ ਹੈ, ਬਹੁਤ ਵੱਡਾ ਮਜ਼ਾਕ ਹੈ ਸਾਡੇ ਸਿਸਟਮ ਦੇ ਨਾਲ, ਸਾਡੇ ਦੇਸ਼, ਸਾਡੇ ਕਾਨੂੰਨ, ਸਾਡੇ ਸੰਵਿਧਾਨ ਦੇ ਨਾਲ। ਜਦ ਤੱਕ ਅਸੀਂ ਇਸ ਫਿਰਕੂਵਾਦ ਦੇ ਵਿੱਚੋਂ ਨਹੀਂ ਨਿਕਲਾਂਗੇ, ਤੇ ਅਸੀਂ ਕੀ, ਇਹ ਪੋਲੀਟੀਕਲ ਪਾਰਟੀਆਂ ਨਹੀਂ ਨਿਕਲਣਗੀਆਂ ਜਦ ਤੱਕ ਇਹਨਾਂ ਨੂੰ ਇੰਨੀ ਅਕਲ ਨਹੀਂ ਆਏਗੀ, ਖਾਸ ਕਰਕੇ ਆਮ ਆਦਮੀ ਪਾਰਟੀ। ਹੁਣ ਮੈਨੂੰ ਉਹ ਸ਼ਬਦ ਦੁਹਰਾਉਣ ਦਾ ਜੀ ਕਰਦਾ ਵੀ ਤੁਮ ਤੋਂ ਐਸੇ ਨਾ ਥੇ, ਤੁਸੀਂ ਤਾਂ ਆਪਣੇ ਆਪ ਨੂੰ ਇੱਕ ਪਾਰਟੀ ਵਿਦ ਡਿਫਰੈਂਸ ਕਹਿੰਦੇ ਸੀ, ਤੁਸੀਂ ਵੀ ਉਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਜਿਸ ਉੱਤੇ ਆਲਰੇਡੀ ਪੋਲੀਟੀਕਲ ਪਾਰਟੀਆਂ ਕਈ ਦਹਾਕੇ ਤੋਂ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਆ ਰਹੀਆਂ ਨੇ। ਸੋ ਉਸ ਹਾਲਾਤ ਦੇ ਵਿੱਚ ਕੀ ਬਣਨਾ ਹੈ ਫਿਰ ਇਸ ਸੂਬੇ ਦਾ, ਤੇ ਕਿਹੜੀ ਪਾਰਟੀ, ਕਿਹੜੀ ਜਮਾਤ, ਕਿਹੜਾ ਲੀਡਰ ਹੋਏਗਾ ਜੋ ਕਿ ਇਹਨਾਂ ਚੀਜ਼ਾਂ ਤੋਂ ਉਭਾਰ ਕੇ ਪੰਜਾਬ ਨੂੰ ਇੱਕ ਤਰੱਕੀ ਦੇ ਰਾਹ ਤੇ ਤੋਰ ਪਾਏਗਾ, ਇੱਕ ਸਦਭਾਵ ਦੇ ਰਾਹ ਤੇ ਤੋਰ ਪਾਏਗਾ, ਉਹਨਾਂ ਸਮੱਸਿਆਵਾਂ ਦਾ ਹੱਲ ਕਰ ਪਾਏਗਾ ਜੋ ਕਿ ਤੁਹਾਡੇ ਤੋਂ ਹੱਲ ਨਹੀਂ ਹੋ ਰਹੀਆਂ, ਤਾਂ ਹੀ ਕਰਕੇ ਤੁਹਾਨੂੰ ਇਹ ਫਿਰਕੂ ਚਸ਼ਮੇ ਲਾਣੇ ਪੈ ਰਹੇ ਨੇ ਤੇ ਲੋਕਾਂ ਦੇ ਅੱਖਾਂ ਤੇ ਲਵਾਉਣੇ ਪੈ ਰਹੇ ਨੇ। ਸੋ ਇਸ ਡਿਸਕੋਰਸ ਦੇ ਨਾਲ ਹੀ ਗੱਲਬਾਤ ਨੂੰ ਮੈਂ ਅੱਜ ਵਿਰਾਮ ਦਾਂਗਾ। ਉਮੀਦ ਕਰਾਂਗੇ ਇਹ ਸਾਰੀ ਗੱਲਬਾਤ ਨੂੰ ਤੁਸੀਂ ਆਪਣੇ ਤਰੀਕੇ ਨਾਲ ਸਮਝਿਆ ਹੋਏਗਾ, ਤੇ ਮੈਂ ਵੈਲਕਮ ਕਰਨਾ ਤੁਸੀਂ ਇਸ ਉੱਤੇ ਆਪਣੇ ਰਿਮਾਰਕਸ ਜ਼ਰੂਰ ਦਿਓ, ਆਪਣੀ ਟਿੱਪਣੀ, ਆਪਣੇ ਕਮੈਂਟਸ ਜ਼ਰੂਰ ਵੱਧ ਚੜ੍ਹ ਕੇ ਦਿਓ, ਕਿਉਂਕਿ ਮੈਂ ਚਾਹਾਂਗਾ ਵੀ ਇਸ ਉੱਤੇ ਮੈਂ ਵੀ ਥੋੜ੍ਹੀ ਜਿਹੀ ਬਾਈਨਰੀਜ਼ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਚੁੱਕੀਆਂ ਨੇ ਉਸ ਉੱਤੇ ਮੈਂ ਵੀ ਚਾਹੁੰਦਾ ਵੀ ਹੋਰ ਫੀਡਬੈਕ ਮਿਲੇ। ਮੇਰੇ ਲਈ ਕੋਈ ਸੌਖਾ ਸਬਜੈਕਟ ਨਹੀਂ ਸੀ ਇਸ ਉੱਤੇ ਗੱਲਬਾਤ ਕਰਨੀ, ਤੇ ਕਦੇ ਵੀ ਕਿਸੇ ਲਈ ਵੀ ਨਹੀਂ ਹੋ ਸਕਦਾ, ਕਿਉਂਕਿ ਬਹੁਤ ਇੱਕ ਸੈਂਸਿਟਿਵ ਮੈਟਰ ਹੈ। ਖਾਸ ਕਰਕੇ ਪੰਜਾਬ ਵਤੀ ਇੱਕ ਐਸੀ ਸਟੇਟ ਹੈ ਜਿੱਥੇ ਕਿ ਧਰਮ ਤੇ ਰਾਜਨੀਤੀ ਨੂੰ ਹਮੇਸ਼ਾ ਹੀ ਅਸੀਂ ਬਹੁਤ ਨੇੜਤਾ ਤੋਂ ਵੇਖਿਆ ਹੈ। ਉਸ ਹਾਲਾਤ ਦੇ ਵਿੱਚ ਅਸੀਂ ਕਿੰਨੇ ਸੈਗਰੀਗੇਸ਼ਨ ਤੇ ਵੱਖ ਕਰ ਸਕਦੇ ਹਾਂ ਦੋਵੇਂ ਚੀਜ਼ਾਂ ਨੂੰ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਲੇਕਿਨ ਇਹਦੇ 'ਚ ਫੀਡਬੈਕ ਜ਼ਰੂਰੀ ਹੈ, ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੀ ਕਮੀਆਂ ਤੇ ਆਪਣੀ ਨਲਾਇਕੀਆਂ ਨੂੰ ਛੁਪਾਉਣ ਲਈ ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਸ਼ਗੂਫੇ ਇਹਨਾਂ ਪਾਰਟੀਆਂ ਵੱਲੋਂ ਅੱਗੇ ਲਿਆਂਦੇ ਜਾ ਰਹੇ ਹੈਗੇ ਨੇ। ਹੋਣਾ ਕੁਛ ਨਹੀਂ, ਨਾ ਤਾਂ ਹਿੰਦੂ ਵੋਟ ਬੈਂਕ ਇਕੱਠਾ ਹੈ। ਜੇ ਹਿੰਦੂ ਵੋਟ ਬੈਂਕ ਇਕੱਠਾ ਹੋਏਗਾ ਜਾਂ ਹੁੰਦਾ ਤਾਂ ਫਿਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬਹੁਤ ਸੌਖੀ ਸਰਕਾਰ ਬਣਾ ਸਕਦੀ ਸੀ ਜਾਂ ਹੈ। ਜੇ ਦਲਿਤ ਵੋਟ ਬੈਂਕ ਇਕੱਠਾ ਸੀ ਜਾਂ ਹੁੰਦਾ ਤਾਂ BSP ਕਾਫੀ ਦੇਰ ਦੀ ਪੰਜਾਬ ਦੇ ਵਿੱਚ ਆਪਣੀਆਂ ਸਰਕਾਰਾਂ ਕਾਇਮ ਕਰ ਚੁੱਕੀ ਹੁੰਦੀ, ਕਿਉਂਕਿ ਉਹ ਤਾਂ ਬਹੁਤ ਹੀ ਵੱਡਾ ਵੋਟ ਬੈਂਕ ਹੈ। ਉਹਦੇ ਵਿੱਚ OBC ਕੈਟਾਗਰੀ ਤਾਂ ਹੋਰ ਵਧਾ ਚੜਾ ਕੇ ਦੇਖੀ ਤਾਂ ਜਿਹੜੀ ਗਿਣਤੀ ਹੈ ਦਲਿਤ ਵੋਟ ਬੈਂਕ ਦੀ ਉਹ 31% ਹੈ, ਲੇਕਿਨ OBC ਨੂੰ ਮਿਲਾ ਕੇ ਉਹ ਸਾਰੀ ਚੀਜ਼ ਕਿਤੇ ਗਾਂ 60% ਦੇ ਆਸ-ਪਾਸ ਟੱਪ ਜਾਂਦੀ ਹੈ।
ਸੋ ਜੇ ਇਹ ਸਾਰੇ ਵੋਟ ਬੈਂਕ ਇੰਨੇ ਪ੍ਰਭਾਵਿਤ ਹੁੰਦੇ ਜਾਂ ਇਕੱਠੇ ਹੋ ਕੇ ਤੁਰਨ ਵਾਲੇ ਹੁੰਦੇ ਤਾਂ ਅੱਜ ਪੰਜਾਬ ਦੀ ਸਿਆਸਤ ਕੁਝ ਹੋਰ ਹੋਣੀ ਸੀ। ਸੋ ਸਿਆਸੀ ਪਾਰਟੀਆਂ ਵੀ ਸੇਧ ਲੈ ਲੈਣ ਵੀ ਕਦੇ ਵੀ ਇਹ ਵੋਟ ਬੈਂਕ ਹੋਮੋਜੈਨਿਟੀ ਦੇ ਨਾਲ ਨਹੀਂ ਤੁਰਦੇ ਤੇ ਇਹ ਬਾਈਨਰੀਜ਼ ਤੁਸੀਂ ਕ੍ਰੀਏਟ ਨਾ ਕਰੋ। ਇਕੱਠੇ ਹੋ ਕੇ ਇਹਨਾਂ ਨੇ ਨਹੀਂ ਤੁਰਨਾ, ਇਹਨਾਂ ਨੇ ਆਪਣੇ ਮਨ ਦੇ ਹਿਸਾਬ ਨਾਲ, ਆਪਣੇ ਆਪਣੇ ਦਿਮਾਗ, ਆਪਣੀ ਆਪਣੀ ਸੋਚ ਸਮਝ ਦੇ ਹਿਸਾਬ ਨਾਲ ਵੋਟਾਂ ਪਾਉਣੀਆਂ ਨੇ। ਤੁਸੀਂ ਇਸ ਤਰੀਕੇ ਦੇ ਜਿਹੜੇ ਐਲਾਨ ਕਰਦੇ ਹੋਣ ਉਹਨਾਂ ਦੇ ਨਾਲ ਇੱਕ ਦੁਚਿੱਤੀ ਕ੍ਰੀਏਟ ਹੁੰਦੀ ਹੈ। ਕਈ ਜਨਰੇਸ਼ਨਸ ਦੇ ਮਨਾਂ ਦੇ ਵਿੱਚ ਜਦੋਂ ਇਸ ਤਰੀਕੇ ਦੀ ਇੱਕ ਕੰਟਰਾਡਿਕਸ਼ਨ ਆਉਂਦੀ ਹੈ ਵੀ ਸਾਡਾ ਸੰਵਿਧਾਨ ਕੀ ਕਹਿ ਰਿਹਾ, ਸਾਡੇ ਧਰਮ ਦੇ ਵਿੱਚ ਕੀ ਲਿਖਿਆ ਗਿਆ ਤੇ ਸਾਡੀ ਸਿਆਸੀ ਜਮਾਤਾਂ ਉਸ ਦੇ ਬਿਲਕੁਲ ਪੁੱਠੇ ਜਾ ਕੇ ਇਸ ਤਰੀਕੇ ਦੇ ਫੈਸਲੇ ਕਰ ਰਹੀਆਂ ਨੇ, ਤਾਂ ਫਿਰ ਉਹਦੇ ਵਿੱਚ ਇੱਕ ਸੰਸਾ ਬਹੁਤ ਵੱਡਾ ਖੜਾ ਹੁੰਦਾ ਹੈ ਜਿਸ ਦੀ ਕੀ ਲੋੜ ਨਹੀਂ ਹੈ। ਇਹ ਬੇਲੋੜੀ ਗੱਲਬਾਤ ਹੈ। ਜਦੋਂ ਪਾਰਟੀਆਂ ਜਿੱਤ ਜਾਣਗੀਆਂ ਉਸ ਤੋਂ ਬਾਅਦ ਮੁੱਖ ਮੰਤਰੀ ਕਿਸੇ ਨੂੰ ਵੀ ਬਣਾਇਆ ਜਾਵੇ, ਕਿਸੇ ਵੀ ਮੰਤਵ ਤੇ ਮਕਸਦ ਦੇ ਤਹਿਤ ਬਣਾਇਆ ਜਾਵੇ, ਲੇਕਿਨ ਉਸ ਨੂੰ ਕਿਸੇ ਦੇ ਸਾਹਮਣੇ ਬਿਆਨ ਕੀਤੇ ਜਾਂਦੀ ਹੈ, ਉਸ ਨੂੰ ਇੱਕ ਰਾਜਨੀਤਿਕ ਪੈਕੇਜਿੰਗ ਦੇਣ ਦੀ ਕੀ ਲੋੜ ਹੈ। ਸੋ ਦੁੱਖ ਤੇ ਤਕਲੀਫ ਇਸ ਚੀਜ਼ ਦੀ ਹੈ ਵੀ ਇੱਕ ਰਾਜਨੀਤਿਕ ਪੱਧਰ ਤੇ ਵੱਡੇ ਵੱਡੇ ਮੰਚਾਂ ਤੋਂ ਜਦੋਂ ਇਸ ਤਰੀਕੇ ਦੀ ਪੇਟੈਂਟਲੀ ਗਲਤ ਗੱਲਬਾਤ ਨੂੰ ਨਾ ਸਿਰਫ ਪਰਿਭਾਸ਼ਿਤ ਕੀਤਾ ਜਾਂਦਾ ਹੈ ਬਲਕਿ ਬਹੁਤ ਹੀ ਕਲਰਫੁਲ ਜੇ ਜਾਮੇ ਦੇ ਵਿੱਚ ਇਸ ਨੂੰ ਪੈਕੇਜ ਵੀ ਕਰਕੇ ਪੇਸ਼ ਕੀਤਾ ਜਾਂਦਾ, ਜੋ ਕਿ ਅਕਾਲੀ ਦਲ ਨੇ ਕੀਤਾ ਜਾਂ ਫਿਰ ਆਮ ਆਦਮੀ ਪਾਰਟੀ ਕਰਨ ਦੀ ਕੋਸ਼ਿਸ਼ ਕਰਦੀ ਰਹੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਵੀ ਕਰ ਚੁੱਕੀ ਹੈ ਤੇ ਕਾਂਗਰਸ ਵੀ ਸ਼ਾਇਦ ਕਰੇ। ਸੋ ਉਹ ਚੀਜ਼ ਆਪਣੇ ਆਪ ਵਿੱਚ ਬਹੁਤ ਹੀ ਦੁਖਦਾਈ ਹੈਗੀ ਹੈ, ਬਹੁਤ ਹੀ ਮੰਦਭਾਗੀ ਹੈ, ਜਿਸ ਤੋਂ ਕਿ ਬਚਣ ਦੀ ਲੋੜ ਹੈ। ਸੋ ਬਹੁਤ ਬਹੁਤ ਧੰਨਵਾਦ, ਕਾਫੀ ਸਮਾਂ ਤੁਹਾਡਾ ਲੈ ਲਿਆ ਹੈ। ਉਮੀਦ ਕਰਾਂਗਾ ਜੋ ਵੀ ਗੱਲਬਾਤ ਕੀਤੀ ਹੋਏਗੀ ਉਸ ਦਾ ਕੁਛ ਮੂੰਹ ਸਿਰ ਪੈਰ ਤੁਹਾਨੂੰ ਲੌਜੀਕਲ ਲੱਗਾ ਹੋਏਗਾ ਤੇ ਫੀਡਬੈਕ ਆਪਣੀ ਜ਼ਰੂਰ ਦਿਓ। ਰਿਤੇਸ਼ ਲਖੀਆ ਅਨਪਲਗ ਨਾਲ ਜੁਟੇ ਰਹੋ। ਬਹੁਤ ਬਹੁਤ ਧੰਨਵਾਦ।